ਸਾਰੇ ਸਪੈਸ਼ਲ ਹੁੰਦੇ ਨੇ ਗੈਸਟ। ਅੱਜ ਕੁਝ ਖਾਸ ਸਪੈਸ਼ਲ ਹੈਗੇ ਨੇ ਸਾਡੀਆਂ ਦੋ ਭੈਣਾਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਸਵਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ। ਅਗਰ ਤੁਸੀਂ ਯੂਕੇ 'ਚ ਜਾਂ ਕਿਸੇ ਵੀ ਦੁਨੀਆ ਦੇ ਕੋਲ ਦੇਖਦੇ ਹੋ, ਬੜੇ ਨਿੱਘੇ ਦਿਲ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਮੈਂ ਹਮੇਸ਼ਾ ਹਰ ਦਫਾ ਕਹਿ ਦਿੰਦਾ ਮੇਰੇ ਕਾਲ ਚੈਨਲ ਜਦੋਂ ਵੀ ਸ਼ੋਅ ਜੋਦੇ ਆਪਣੇ ਗੈਸਟ ਲੈ ਕੇ ਆਉਣਾ ਬੜਾ ਮੁਸ਼ਕਿਲ ਹੁੰਦਾ। ਜਿੱਦਾਂ ਦਾ ਟੌਪਿਕ ਹੁੰਦਾ ਉੱਦਾਂ ਦੇ ਗੈਸਟ ਲੈ ਕੇ ਆਈਦੇ ਨੇ। ਮੈਂ ਇਹ ਵੀ ਲਫ਼ਜ਼ ਕਰਨਾ, ਅੱਜ ਮੇਰੇ ਸਾਰੇ ਸਪੈਸ਼ਲ ਹੁੰਦੇ ਨੇ ਗੈਸਟ। ਅੱਜ ਕੁਝ ਖਾਸ ਸਪੈਸ਼ਲ ਹੈਗੇ ਨੇ ਸਾਡੀਆਂ ਦੋ ਭੈਣਾਂ ਜੋ ਸਾਨੂੰ ਹਮੇਸ਼ਾ ਅਕਾਲ ਚੈਨਲ ਨੂੰ ਸਪੋਰਟ ਕਰਦੇ ਨੇ। ਓਨੈਸਟਲੀ ਬੜਾ ਅੱਛਾ ਲੱਗਦਾ ਕਿ ਇੱਦਾਂ ਸਾਡੀ ਜੋ ਵੀ ਜ਼ਰੂਰਤ ਹੁੰਦੀਆਂ ਨੇ ਚੈਨਲ ਨੂੰ ਰਨ ਕਰਨ ਨੂੰ ਅੰਡਰਸਟੈਂਡ ਕਰਕੇ ਹਮੇਸ਼ਾ ਸਪੋਰਟ ਕਰਦੇ ਨੇ। ਬੜਾ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ। ਦੂਜੀ ਗੱਲ, ਅਕਾਲ ਚੈਨਲ 'ਤੇ ਜਦੋਂ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੁੰਦਾ, ਕੁਛ ਨਾ ਕੁਛ ਸਾਡੇ ਗੈਸਟ ਵੀ ਇੱਦਾਂ ਦੇ ਹੁੰਦੇ ਆ, ਉਹਨਾਂ ਨੂੰ ਵੀ ਪਤਾ ਕਿ ਕਿਤੇ ਦੁਨੀਆ 'ਚ ਇੱਦਾਂ ਇਸ਼ੂ ਹੋ ਰਿਹਾ, ਸਪੈਸ਼ਲੀ ਜੇ ਪੰਜਾਬ ਦੇ ਵਿੱਚ ਹੈਗਾ ਅਤੇ ਉਦੋਂ ਜ਼ਿਆਦਾ ਉਹ ਦੁੱਖ ਹੁੰਦਾ। ਅੱਜ ਉਸ ਸਿਲਸਿਲੇ 'ਚ ਦੋਨੋਂ ਭੈਣਾਂ ਸਾਡੇ ਨਾਲ ਗੱਲ ਕਰਨਗੀਆਂ। ਅਗਰ ਵੈਸਟਰਨ ਕੰਟਰੀ 'ਚ ਕੁਛ ਹੁੰਦਾ ਹੈ, ਅਸੀਂ ਥੋੜ੍ਹਾ ਲਾਈਟ ਹਾਰਟਲੀ ਲੈਂਦੇ ਹਾਂ ਕਿ ਇੱਥੇ ਬੜੇ ਤਰ੍ਹਾਂ ਦੇ ਰਿਲੀਜਨ ਹੁੰਦੇ ਨੇ, ਲੇਕਿਨ ਜੇ ਪੰਜਾਬ 'ਚ ਹੋਵੇ ਤਾਂ ਕੁਛ ਹੋਰ ਹਿਸਾਬ ਹੁੰਦਾ। ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ। ਮੈਂ ਬਹੁਤ ਸਾਰੀ ਦੱਸਦਾ ਆਪਣੇ ਭੈਣਾਂ ਨੂੰ ਸਵਾਗਤ ਕਰਦੇ। ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਪਹਿਲੇ ਤਾਂ ਥੈਂਕ ਯੂ ਤੁਹਾਡੇ ਆਉਣ ਦਾ, ਔਰ ਬੜੀ ਐਫਰਟ ਦੂਰੋਂ ਆਉਂਦੇ ਹੋ ਔਰ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ। ਥੈਂਕ ਯੂ ਤੁਹਾਡਾ। Pleasure. It's nice to meet you again. Nice to see you. ਨਹੀਂ, ਬਹੁਤ ਅੱਛੀ ਗੱਲ ਹੈ। ਭੈਣ ਜੀ, ਦੂਜੀ ਗੱਲ, ਜਿੱਦਾਂ ਮੈਂ ਹੁਣੇ ਕਹਿ ਕੇ ਹਟਿਆ, ਪੰਜਾਬ 'ਚ ਇਸ਼ੂ ਹੈਗਾ, ਅਸੀਂ ਇੱਥੇ ਇੰਗਲੈਂਡ 'ਚ ਬੈਠੇ ਆ। ਹੁਣ ਜੇ ਤੁਹਾਡੇ ਵਰਗੇ ਲੋਕ ਨਾ ਹੋਣ, ਅਸੀਂ ਉਹ ਇਸ਼ੂ ਫਾਈਟ ਨਹੀਂ ਕਰ ਸਕਦੇ। ਤੁਸੀਂ ਦੁਨੀਆ 'ਚ ਧਿਆਨ ਦਿੰਦੇ ਹੋ ਕਿ ਇੱਥੇ ਬੁਰਾ ਹੋ ਰਿਹਾ, ਇੱਥੇ ਚੰਗਾ ਹੋ ਰਿਹਾ, ਉਹ ਤੁਸੀਂ ਟੌਪਿਕ ਲੈ ਕੇ ਆਉਂਦੇ ਹੋ ਕਿ ਉਹ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੀ ਆਵਾਜ਼ ਚੈਨਲ ਦੇ ਥਰੂ ਜਿੱਥੇ ਪਹੁੰਚਾਈਏ, ਤਾਂ ਕਿ ਉਹ ਜਿਹੜਾ ਹੁਣ ਕੁਝ ਹੋ ਰਿਹਾ, ਬੇਇਨਸਾਫੀ ਜੋ ਵੀ ਹੋ ਰਹੀ ਹੈ, ਕਿ ਉਹ ਹੁਣੀ ਬੰਦ ਹੋਣੀ ਚਾਹੀਦੀ। ਕਿਉਂ ਹੋ ਰਹੀ, ਕਾਹਤੇ ਹੋ ਰਹੀ ਹੈ, ਅਸੀਂ ਉਹਦੇ ਬਾਰੇ ਚਰਚਾ ਕਰਨੀ ਹੈ। ਅੱਜ ਥੋੜ੍ਹਾ ਬਹੁਤਾ ਤੁਸੀਂ ਲਾਹਾ ਦੱਸੋ। ਅਸੀਂ ਇਹ ਗੱਲ ਕਰਨੀ ਹੈ ਕਿ ਜਿਹੜੀਆਂ ਅਨਐਥੀਕਲ ਜਿਹੜੀਆਂ ਝੂਠੀਆਂ ਜਿਹੜੀਆਂ ਨਾ ਕਨਵਰਸ਼ਨ ਹੋ ਰਹੀਆਂ ਪੰਜਾਬ ਦੇ ਵਿੱਚ, ਸਿੱਖਾਂ ਨੂੰ ਕ੍ਰਿਸਚਨ ਬਣਾਇਆ ਜਾ ਰਿਹਾ। ਬਸ ਅਸੀਂ ਸ਼ੁਰੂ ਤੋਂ ਕਹਿੰਦੇ ਹਾਂ ਕਿ ਅਸੀਂ ਸਭ ਧਰਮਾਂ ਨੂੰ ਇੱਜ਼ਤ ਦਿੰਦੇ ਹਾਂ। ਆਪਣੀ ਮਰਜ਼ੀ ਦੇ ਨਾਲ ਸਭ ਨੂੰ ਹੱਕ ਹੈ ਜਿਹੜਾ ਮਰਜ਼ੀ ਧਰਮ ਉਹ ਅਡੋਪਟ ਕਰ ਕਿਉਂਕਿ ਇੱਥੋਂ ਤੱਕ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਦੂਜੇ ਧਰਮ ਵਾਸਤੇ ਆਪਣੀ ਸ਼ਹੀਦੀ ਦੇ ਦਿੱਤੀ ਸੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰਾ ਧਰਮ ਸੱਚਾ ਅਤੇ ਤੁਹਾਡਾ ਝੂਠਾ। ਉਹਨਾਂ ਨੇ ਕਿਹਾ ਹਾਂ, ਗੁਰੂ ਨਾਨਕ ਸਾਹਿਬ ਨੇ ਇਹੀ ਕਿਹਾ ਕਿ ਜਿਹੜਾ ਤੁਹਾਡਾ ਧਰਮ ਹੈ ਸੱਚੀ ਤਰ੍ਹਾਂ ਤੁਸੀਂ ਚੱਲੋ ਅਤੇ ਸੱਚਾਈ ਦੁਨੀਆ ਵਿੱਚ ਫੈਲਾਓ। ਅੱਜ ਉਹੀ ਗੱਲ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਕਨਵਰਸ਼ਨ ਬੜੀ ਜ਼ਬਰਦਸਤੀ ਨਾਲ ਬਦਲਾਏ ਜਾ ਰਿਹਾ ਹੈ। ਕ੍ਰਿਸਚਨਸ ਜਿਹੜੇ ਹੈ ਉਹ ਸਿੱਖਾਂ ਨੂੰ ਕਨਵਰਟ ਕਰ ਰਹੇ ਆ। ਅਨਐਥੀਕਲ ਤੁਹਾਡਾ ਕਹਿਣ ਦਾ ਮਤਲਬ ਹੈਗਾ, ਮੈਂ ਥੋੜ੍ਹਾ ਐਕਸਪਲੇਨ ਕਰਦਾ, ਕਿ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਉਹਨਾਂ ਨੂੰ ਕਰਾ ਰਹੇ ਨੇ। ਹਾਂ, ਝੂਠ ਕੇ ਫਰੇਬ ਕਰਕੇ, ਲਾਲਚ ਦੇ ਕੇ, ਅਲਿਓਰਮੈਂਟਸ ਜਿਹੜੀ ਹੁੰਦੀਆਂ ਨਾ, ਲਾਲਚ ਦੇ ਕੇ ਉਹਨਾਂ ਨੂੰ ਬਣਾਇਆ ਜਾ ਰਿਹਾ। ਉਹ ਗੱਲ ਜਿਹੜੀ ਹੈ ਗਲਤ ਹੈ। ਇਹ ਜੇ ਉਂਝ ਕਹਿਣ ਤੇ ਉਹ ਬਣਨ ਤੇ ਬੜੀ ਅੱਛੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ, ਜਿਸ ਤਰ੍ਹਾਂ ਵੀ ਚਾਹੁੰਦੇ ਕਰ ਲੈਣ ਆਪਣੀ ਮਰਜ਼ੀ ਦੇ ਨਾਲ। ਤੇ ਬਾਕੀ ਦੇਖੋ ਨਾ, ਕ੍ਰਿਸਚੈਨਿਟੀ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਪੰਜਾਬ ਵਿੱਚ ਆ ਗਈ ਸੀ। ਜਲੰਧਰ ਦੇ ਵਿੱਚ ਬੜਾ ਵੱਡਾ ਚਰਚ ਸੀਗਾ ਉਹਨਾਂ ਦਾ, ਕੈਥੋਲਿਕਸ ਦਾ, ਅਤੇ ਚਲਦੇ ਰਹੇ। ਫਿਰ ਉਹ ਕੋਈ ਖਾਸ ਨਹੀਂ, ਲੋਕਾਂ ਨੇ ਇੰਟਰਸਟ ਲਿਆ ਅਤੇ ਫਿਰ 4-5 ਬੱਚੇ ਸਨ ਜਿਹੜੇ ਕ੍ਰਿਸਚਨ ਬਣੇ ਅਤੇ ਸਿੰਘ ਸਭਾ ਲਹਿਰ ਸ਼ੁਰੂ ਹੋਈ ਕਿ ਉਹਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਸਿੱਖੀ ਦੀ ਸਮਝ ਨਹੀਂ ਹੈ, ਅਤੇ ਉਹ ਲਹਿਰ ਦੇ ਨਾਲ ਉਹਨਾਂ ਨੇ ਸਿੱਖੀ ਸਮਝਾਉਣੀ ਸ਼ੁਰੂ ਕਰ ਦਿੱਤੀ। ਅਤੇ ਫਿਰ ਖਾਸ ਕੋਈ ਗੱਲ ਨਹੀਂ ਹੋਈ, ਕੋਈ ਆਇਆ ਕੋਈ ਗਿਆ, ਕੋਈ ਕ੍ਰਿਸਚਨ ਬਣ ਗਿਆ, ਕੋਈ ਕ੍ਰਿਸਚਨ ਸਿੱਖ ਬਣ ਗਿਆ। ਜਿਸ ਤਰ੍ਹਾਂ ਇੱਥੇ ਵੀ ਦੇਖਦੇ ਹੋ, ਸਾਰੀ ਦੁਨੀਆ 'ਚ ਦੇਖਦੇ ਹੋ ਕਿ ਇੰਡੀਵਿਜੂਅਲ ਬੰਦੇ ਦੀ ਗੱਲ ਹੈ ਕਿ ਉਹਨੇ ਕਿਹੜੇ ਧਰਮ ਨੂੰ ਅਪਣਾਉਣਾ, ਕਿਹੜੇ ਧਰਮ 'ਚੋਂ ਕੰਫਰਟੇਬਲ ਫੀਲ ਕਰਦਾ, ਕਿਹੜੀ ਉਹਨੂੰ ਏਮ ਜਿਹੜਾ ਉਹਦਾ ਲਾਈਫ ਦਾ ਹੈਗਾ ਉਹ ਠੀਕ ਹੈਗਾ। ਪਰ ਲਾਸਟ 10 ਸਾਲਾਂ ਤੋਂ, ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਕਨਵਰਸ਼ਨਸ ਹੋ ਰਹੀਆਂ। ਅਤੇ ਮੈਂ 2019 ਦੀ ਗੱਲ ਹੈ, ਅਤੇ ਮੈਂ ਕੈਨੇਡਾ ਗਈ ਸੀਗੀ। ਉੱਥੇ ਪਾਰਲੀਮੈਂਟ ਵਰਲਡ ਰਿਲੀਜਨ 'ਚ ਬੋਲਣ ਗਈ ਸੀ। ਮੈਂ ਉਹਨਾਂ ਦੀ ਕਲੋਜ਼ਿੰਗ ਸੈਰੇਮਨੀ ਦਿੱਤੀ ਸੀ। 10,000 ਬੰਦੇ ਸੀ ਜਿਹੜੇ ਉੱਥੇ, ਮੋਰ ਦੈਨ 100 ਰਿਲੀਜੀਅਸ ਪੀਪਲ ਸੀਗੇ, ਅਤੇ ਸਾਰੇ ਇੱਕ ਦੂਜੇ ਨੂੰ ਸੁਣਦੇ ਪਏ ਗਏ। ਅਤੇ ਮੈਂ ਬਾਈ ਚਾਂਸ ਨਾ GSC, ਮੇਰਾ ਗਲੋਬਲ ਸਿੱਖ ਕਾਊਂਸਲ ਦੀ ਪ੍ਰੈਜ਼ੀਡੈਂਟ ਆ, ਅਤੇ ਮੈਂ ਕਿਹਾ ਮੈਂ ਆਪਣਾ ਜਰਾ ਵੈਬਸਾਈਟ ਦੇਖਾਂ, ਅਤੇ ਦੇਖਣ ਲੱਗਿਆ ਅਤੇ ਇੱਕ ਹੋਰ GSC ਨਿਕਲ ਆਈ। ਅਤੇ ਮੈਂ ਕਿਹਾ ਇਹ ਕੀ ਹੈ? ਉਹ ਕਹਿੰਦੇ ਗਲੋਬਲ ਸਿੱਖ ਕਨਵੈਨਸ਼ਨ। ਉਹ ਇੱਕ ਅਮਰੀਕਨ ਕੰਪਨੀ, ਅਮਰੀਕਨ ਆਰਗੇਨਾਈਜੇਸ਼ਨ, ਜਿਨ੍ਹਾਂ ਦਾ ਮਤਲਬ ਹੈ
ਕਿ ਅਸੀਂ ਜਾ ਕੇ ਸਿੱਖਾਂ ਨੂੰ ਕਨਵਰਟ ਕਰਨਾ ਹੈ। ਗਲੋਬਲ ਸਿੱਖ, ਸਾਰੀ ਦੁਨੀਆ 'ਚ ਜਿੱਥੇ ਜਿੱਥੇ ਸਿੱਖ ਹੈ ਉਹਨਾਂ ਨੂੰ ਅਸੀਂ ਕ੍ਰਿਸਚਨ ਬਣਾਉਣਾ ਹੈ। ਤੇ ਉਹ ਮੈਂ ਸਾਰੀ ਪੜ੍ਹੀ, ਉਹਨਾਂ ਨੇ ਬੜਾ ਅੱਛੀ ਤਰ੍ਹਾਂ ਮੈਨੇਜ ਕੀਤਾ, ਬੜਾ ਲਿੰਕ ਕੀਤਾ ਹੋਇਆ। ਉਹ ਫਿਰ ਮੈਂ ਉਹ ਪ੍ਰੈਸ ਰਿਲੀਜ਼ ਕੀਤੀ ਤੇ ਪਰ ਕਿਸੇ ਦਾ ਕੋਈ ਜਵਾਬ ਖਾਸ ਨਹੀਂ ਆਇਆ। ਫਿਰ ਅਸੀਂ ਗੱਲਬਾਤ ਸ਼ੁਰੂ ਕੀਤੀ ਤੇ ਜਿਹੜੇ ਸਾਡੇ ਅਥਾਰਟੀਜ਼ ਹੈਗੀਆਂ, SGPC ਹੈ, ਅਕਾਲ ਤਖਤ ਸਾਹਿਬ ਹੈ, ਉਹ ਸਾਰਿਆਂ ਨਾਲ ਗੱਲ ਕੀਤੀ ਤੇ ਸਾਰੇ ਕੋਈ ਕਹਿੰਦੇ ਨੇ, ਕੋਈ ਕਹਿੰਦਾ ਕੋਈ ਨਹੀਂ ਜੀ, ਉਹ ਕੋਈ ਨਹੀਂ ਹੈ, ਐਵੇਂ ਥੋੜ੍ਹੇ ਮਾੜੇ ਮੋਟੇ ਜਾਂਦੇ ਪਏ ਆ, ਕੋਈ ਕਹਿੰਦਾ ਜੀ ਐਵੇਂ SGPC ਨੂੰ ਬਦਨਾਮ ਕਰਨ ਵਾਸਤੇ ਹੈ, ਕੋਈ ਕਹਿੰਦਾ ਇਟਸ ਨਾਟ ਐਨ ਇਸ਼ੂ, ਪੰਜਾਬ 'ਚ ਕੋਈ ਮੁੱਦਾ ਇਸ ਗੱਲ ਦਾ ਹੈ ਹੀ ਨਹੀਂ। ਹਾਂ, ਪਰ ਨਾ ਇਤਨੀਆਂ ਜਿਸਲੇ ਇੰਨਾ ਹੋਇਆ ਕਿ ਮੇਰੀ ਪ੍ਰੈਸ ਰਿਲੀਜ਼ ਦੇ ਨਾਲ ਜਾਣ ਨਾਲ ਲੋਕੀ ਅਲਰਟ ਹੋ ਗਏ, ਚੁਕੰਨੇ ਹੋ ਗਏ, ਤਾਂ ਉਹਨਾਂ ਨੇ ਦੇਖਣਾ ਸ਼ੁਰੂ ਕਰ ਦਿੱਤਾ। ਫਿਰ ਤੇ ਮੈਨੂੰ ਇਤਨੇ ਹੀ ਮੈਸੇजेस ਆਉਣੇ ਸ਼ੁਰੂ ਹੋ ਗਏ, ਫੋਟੋ ਆਉਣੀਆਂ ਸ਼ੁਰੂ ਹੋ ਗਈਆਂ ਜਿੱਥੇ ਸਿੱਖ ਪੂਰੇ 5 ਕਕਾਰ ਪਾ ਕੇ ਪਾਸਟਰ ਬਣੇ ਹੋਏ ਨੇ, ਕ੍ਰਿਸਚਨ ਪਾਸਟਰ, ਤੇ ਉਹਨਾਂ ਨੂੰ ਦੂਜਿਆਂ ਨੂੰ ਕ੍ਰਿਸਚਨ ਬਣਾਉਂਦੇ ਪਏ ਨੇ। ਬੜੇ ਹੀ ਆਏ। ਫਿਰ ਹੌਲੀ ਲੋਕੀ ਕਾਫੀ ਅਲਰਟ ਹੋ ਗਏ ਕਿ ਇਹ ਕੀ ਗੱਲ ਹੋਈ। ਤੇ ਮੈਂ ਹੁਣੇ ਅਸੀਂ ਡਿਟੇਲ 'ਚ ਗੱਲ ਕਰਦੇ ਹਾਂ। ਮੈਂ ਜਿਹੜੀ ਛੋਟੀ ਜੀ ਤੁਹਾਨੂੰ ਦੱਸਦੀ ਪਈ ਹਾਂ ਕਿ ਇਹ 2-3 ਹਫ਼ਤੇ ਹੋਏ ਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣਾ ਫੰਕਸ਼ਨ ਕੀਤਾ ਜਿਹਦੇ 'ਚ ਕਹਿੰਦੇ ਨੇ 8 ਲੱਖ ਜਿਹੜੇ ਕਨਵਰਟ ਹੋਏ ਕ੍ਰਿਸਚਨਸ ਆ ਉਹ ਇਕੱਠੇ ਹੋਏ ਸਨ। ਅੱਛਾ, ਹੁਣ ਅਸੀਂ ਦੇਖੋ ਕਿ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਦੀ ਮੈਜੋਰਿਟੀ ਰਹੀ ਹਮੇਸ਼ਾ ਹੀ, 59.9% 60% ਸਿੱਖ ਰਹੇ ਨੇ। ਤੇ ਉੱਥੇ ਪੰਜਾਬ ਦੇ ਵਿੱਚ 30 point something ਸ਼ੈਡਿਊਲਡ ਕਾਸਟ ਹੈ। ਨਾ ਅਸੀਂ ਤਾਂ ਨਹੀਂ ਨਾ ਮੰਨਦੇ, ਸਿੱਖ ਕਹਿੰਦੇ ਨੇ ਇੱਕ ਪਿਤਾ ਇੱਕ ਇਸਕੇ ਹਮ ਬਾਰਕ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਕਿ ਇੱਕੋ ਰੱਬ ਨੇ ਸਾਨੂੰ ਬਣਾਇਆ, ਸਾਰਿਆਂ ਨੂੰ ਇੱਕੋ ਬਣਾਇਆ। ਜਿਹੜੀ ਅੰਦਰ ਸਾਡੇ ਜੋਤ ਹੈ, ਜਿਹੜੀ ਸਾਡੇ ਅੰਦਰ ਲਾਈਟ ਹੈ, ਉਹੀ ਵਾਹਿਗੁਰੂ ਦੀ ਲਾਈਟ ਹਰ ਇੱਕ ਦੇ ਅੰਦਰ ਹੈ। ਆਦਮੀ ਆ, ਔਰਤ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਕੋਈ ਵੀ ਹੈ, ਸਭਨਾਂ 'ਚ ਉਹੀ ਹੈ। ਇਸ ਕਰਕੇ ਬਰਾਬਰਤਾ ਦਿੱਤੀ ਹੈ। ਇਸ ਤਰ੍ਹਾਂ ਗੱਲਾਂ ਤੋਂ ਦੇਖ ਕੇ ਅਸੀਂ ਦੇਖਿਆ ਕਿ ਇਹ ਪੰਜਾਬ 'ਚ ਕੀ ਹੁੰਦਾ ਪਿਆ। ਅਸੀਂ ਹੋਰ ਨਾ ਆਰਗੇਨਾਈਜੇਸ਼ਨਸ ਨਾਲ ਵੀ ਗੱਲ ਕੀਤੀ ਜਿਹੜੀ ਉੱਥੇ ਬੜਾ ਕੰਮ ਕਰਦੀਆਂ ਪਈਆਂ। ਉਹ ਸਾਰਿਆਂ ਨੇ ਕਿਹਾ ਹਾਂਜੀ ਤੁਹਾਡੀ ਗੱਲ ਤਾਂ ਠੀਕ ਹੈ, ਅਸੀਂ ਫਲਾਣੇ ਪਿੰਡ ਵਿੱਚ ਆ ਗਿਆ, ਫਲਾਣੇ ਪਿੰਡ ਵਿੱਚ ਆ ਗਿਆ, ਫਲਾਣੇ ਪਿੰਡ। ਪਰ ਹੁਣ ਐਕਨੋਲੇਜ ਕਰ ਰਹੇ ਨੇ, ਐਕਨੋਲੇਜ ਉਹਨਾਂ ਨੇ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਫਿਰ ਦੇਖਿਆ, ਸਾਨੂੰ ਦੱਸਿਆ ਕਿ 10,000 ਪਿੰਡ ਹੈ ਪੰਜਾਬ ਵਿੱਚ, ਉਹਨਾਂ 8,000 ਪਿੰਡਾਂ ਦੇ ਵਿੱਚ ਕਿੰਨੇ ਚਰਚ ਬਣ ਗਿਆ। ਤੇ ਸਭ ਤੋਂ ਦੁਨੀਆ 'ਚ ਜਿਹੜਾ 4th ਲਾਰਜੈਸਟ ਚਰਚ ਹੈ ਨਾ, ਉਹ ਜਲੰਧਰ 'ਚ ਬਣ ਰਿਹਾ। ਓ ਮਾਈ ਗॉड। ਅੰਮ੍ਰਿਤਸਰ ਦੇ ਵਿੱਚ ਕਿੰਨੇ ਚਰਚ ਹੈ, ਕਹਿੰਦੇ 500 ਚਰਚ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਹੈ। ਇੱਕ ਬੜਾ ਹੀ ਵੱਡਾ ਚਰਚ ਅੰਮ੍ਰਿਤਸਰ ਵਿੱਚ ਵੀ ਬਣ ਰਿਹਾ। ਫਿਰ ਉਹਦੇ ਗੱਲਾਂ ਤੇ ਅਸੀਂ ਗੌਰ ਕਰਨਾ ਹੈ ਕਿ ਕੀ ਹੋ ਰਿਹਾ, ਕਿਉਂ ਹੋ ਰਿਹਾ, ਕੀ ਗੱਲ ਹੈ। ਪਰ ਜੀ ਤੁਹਾਡੇ ਹਿਸਾਬ ਤੋਂ ਮੈਨੂੰ ਦੱਸੋ, ਤੁਸੀਂ ਕਿਹਾ ਕਿ 8-10 ਸਾਲ ਹੋ ਗਏ, ਕੁਝ ਜ਼ਿਆਦਾ ਜ਼ੋਰਾਂ 'ਚ ਹੋ ਰਿਹਾ। ਹੁਣ ਇਹ ਕਿਉਂ ਹੋ ਰਿਹਾ? 8-10 ਸਾਲ ਤੋਂ ਕਿਉਂ ਜ਼ਿਆਦਾ ਵੱਧ ਗਿਆ ਹੈਗਾ? ਹੁਣ ਮੈਂ ਥੋੜ੍ਹੀ ਜਿਹੀ ਤੁਹਾਡੀ ਗੱਲ ਸੁਣਦਾ। ਦੇਖੋ, ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਪੰਜਾਬ 'ਚ ਬੜੀ ਵੱਡੇ ਇਸ਼ੂ ਹੈਗਾ ਦਾ। ਤੁਸੀਂ ਤਾਦਾਦ ਦੱਸ ਦਿਓ ਕਿ ਕਿੰਨੀ ਫਾਸਟ ਲੋਕ ਕਨਵਰਟ ਹੋ ਰਹੇ ਨੇ। ਬੜਾ ਵੱਡਾ ਇਸ਼ੂ ਹੈ ਇਹ। ਅਗਰ ਬਾਹਰਲੇ ਮੁਲਕ ਅਸੀਂ ਬੈਠ ਕੇ ਇਹਨੂੰ ਐਡਰੈਸ ਨਹੀਂ ਕਰਾਂਗੇ ਤਾਂ ਪਤਾ ਨਹੀਂ ਫਿਰ ਕਿੱਥੇ ਗੱਲ ਪਹੁੰਚ ਜਾਏਗੀ। ਪਹਿਲੀ ਗੱਲ, ਤੁਹਾਨੂੰ ਲੱਗਦਾ ਸਾਡੇ 'ਚ ਖਾਮੀਆਂ ਨੇ ਤਾਂ ਹੋ ਰਿਹਾ? ਦੇਖੋ ਵੀਰ ਜੀ, ਪਹਿਲਾਂ ਵਾਕਈ ਜਿਸ ਤਰ੍ਹਾਂ ਭੈਣ ਜੀ ਕਹਿ ਰਹੇ ਨੇ, ਇਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ, ਸੁਣੀ ਜਾਂਦੀ ਹੈ ਨਾ, ਜਦੋਂ ਪਹਿਲੀ ਇਹ ਗੱਲ ਸੁਣੀ ਜਾਂਦੀ ਹੈ ਕਿ ਸਿੱਖਾਂ ਨੂੰ ਕਨਵਰਟ ਕੀਤਾ ਜਾਏ ਕੁਛ, ਇਟਸ ਅ ਜੋਕ, ਯੂ ਜਸਟ ਕਾਂਟ ਬਿਲੀਵ ਇਟ। ਬਿਲਕੁਲ। ਹੁਣ ਜਿਸ ਵੇਲੇ ਸਾਨੂੰ ਇੰਟਰਨੈਟ ਦੇ ਥਰੂ ਫਿਗਰਸ ਇਹ ਸਾਰੀਆਂ ਆ ਰਹੀਆਂ ਤੇ ਐਕਚੁਅਲੀ ਇਟਸ ਹੈਪਨਿੰਗ। ਅੱਛਾ, ਹੁਣ ਫਿਰ ਇਹ ਸਵਾਲ ਆ ਜਾਂਦਾ ਹੈ ਕਿ ਵਾਈ ਇਟਸ ਹੈਪਨਿੰਗ, ਇਹ ਕਿਉਂ ਵਜ੍ਹਾ? ਉਸ 'ਤੇ ਵਿਚਾਰ ਮੈਂ ਪਿੱਛੇ ਜਾਂਦੀ ਹੋਈ ਦੱਸਦੀ ਹਾਂ। ਦੇਖੋ, ਸਾਡੀਆਂ ਆਪਣੀਆਂ ਕਮਜ਼ੋਰੀਆਂ, ਇੱਕ ਤਾਂ ਅਸੀਂ ਜਿੰਨੇ ਵੀ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਸਿੱਖੀ ਦਾ, ਗੁਰਦੁਆਰਾ ਸਾਹਿਬ ਵੀ ਸਾਡੇ ਭਾਈ ਸਾਹਿਬ ਹੈ, ਉਹ ਸਾਰੇ ਵੈਰੀ ਸੈਡਲੀ ਆਈ ਹੈਵ ਟੂ ਸੇ ਕਿ ਉਹਨਾਂ ਨੂੰ ਕੋਈ ਬਾਣੀ ਦੀ ਨੌਲੇਜ ਨਹੀਂ, ਪੜ੍ਹੇ ਲਿਖੇ ਨਹੀਂ ਹੈਗੇ। ਉਹਨਾਂ ਨੂੰ ਗੁਰੂ ਨਾਲ ਵੀ ਪਿਆਰ ਹੁੰਦਾ ਹੈ, ਉਸ ਪਾਸੇ ਲੱਗ ਜਾਂਦੇ। ਉਹਨਾਂ ਨੂੰ ਥੋੜ੍ਹੀ ਜਿਹੀ ਤਨਖਾਹ ਦੇ ਵਿੱਚ ਇਹੋ ਜਿਹੀਆਂ ਨੌਕਰੀਆਂ। ਮੈਂ ਤੁਹਾਨੂੰ ਸੱਚੀ ਜੋ ਮੇਰਾ ਆਪਣੇ ਨਾਲ ਬੀਤਿਆ ਮੈਂ ਤੁਹਾਨੂੰ ਦੱਸਦੀ ਹਾਂ ਕਿ ਬੰਗਲਾ ਸਾਹਿਬ ਵਿੱਚ ਹਾਂਜੀ ਜਿੰਨੇ ਇੱਕ ਮੇਨ ਭਾਈ ਚੜ੍ਹੇ, ਕਿੰਨੇ ਭਾਈ ਫਿਰਦੇ ਹੁੰਦੇ ਆ। ਅਤੇ ਮੈਂ ਉੱਥੇ ਹਰ ਮਹੀਨੇ ਜਾਂਦੀ ਸੀ ਅਤੇ ਉੱਥੇ ਅਖੰਡ ਪਾਠ ਸਾਹਿਬ ਰਖਾਉਣਾ। ਅਤੇ ਮੇਰਾ ਹੁੰਦਾ ਸੀ ਕਿ ਚਲੋ ਭਾਈ ਸਾਹਿਬ ਨੂੰ ਜਿਹੜਾ ਪਾਠ ਕਰਿਆ ਨੂੰ 500 ਰੁਪਇਆ ਦਿੱਤਾ। ਫਿਰ ਦੇਖਦਿਆਂ ਮੈਨੂੰ ਅਵੇਅਰਨੈਸ ਆ ਗਈ ਸੀ ਕਿ ਇਹ ਵਿਚਾਰੇ ਵੈਰੀ ਲੋ ਪੇਡ ਹੈਗੇ ਆ ਜੋ ਉਹਨਾਂ ਦੇ। ਅੱਛਾ, ਉਸ ਤੋਂ ਬਾਅਦ ਜਦੋਂ ਫਿਰ ਭੋਗ ਪੈਣਾ 8-10 ਆ ਜਾਣੇ, ਫਿਰ ਅਗਲੀ ਵਾਰ 20-25 ਆ ਗਏ। ਮੈਂ ਹਰ ਇੱਕ 500 ਦੇ ਦੇਣਾ। ਇੱਕ ਵਾਰੀ ਇੰਝ ਹੋਇਆ, ਬਾਬਾ ਜੀ ਦਾ ਸੰਤੋਖ ਹੋ ਰਿਹਾ, ਬਾਬਾ ਜੀ ਦੀ ਭੀੜ ਹਾਲੇ ਗਈ ਨਹੀਂ ਅਤੇ ਸਾਰੇ ਮੇਰੇ ਉੱਤੇ ਪੈ ਗਏ ਬੰਦੇ।
ਭਾਈ ਸਨ, ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਹੋ ਰਿਹਾ ਹੈ, ਬਾਲਕਨੀ ਹੈ, ਥੱਲੇ ਕੀਰਤਨ ਹੋ ਰਿਹਾ ਹੈ ਔਰ ਸਾਰੇ ਭਾਈ ਹੈਗੇ ਨੇ ਤੁਹਾਡੇ ਬੰਗਲਾ ਸਾਹਿਬ ਦੇ, ਆ ਕੇ ਇੱਕਦਮ ਇੱਥੋਂ ਕੋ ਤੇ ਉਹ ਸਾਰਿਆਂ ਨੇ ਉਹਨਾਂ ਨੇ ਰੋਕਿਆ ਤੇ ਮੈਂ ਕਿਹਾ ਬਾਬੇ ਦੀ ਭੀੜ ਜਾਣ ਦਿਓ, ਹਰ ਇੱਕ ਨੂੰ ਮਿਲਣਗੇ। ਵਾਟ ਇਟ ਇਜ਼ 5 ਪਾਉਂਡ 500 ਰੁਪਏ ਦੀ ਗੱਲ ਮੈਂ ਕਰ ਰਹੀ ਹਾਂ। ਐਨੀ ਵਾਈ ਵੁੱਡ ਦੇ ਡੂ, ਉਹਨਾਂ ਨਹੀਂ ਪਤਾ ਕਿ ਅਸੀਂ ਬੰਗਲਾ ਸਾਹਿਬ ਹੈਗੇ ਹਾਂ, ਉੱਥੇ ਦੇ ਇੰਪਲੋਈ ਹੈ, ਭਾਈ ਹੈਗੇ ਹੈ, ਬਾਬਾ ਜੀ ਦੀ ਭੀੜ ਚਲੀ ਜਾ ਸਤਿਕਾਰ ਨਾਲ, ਉਹਨਾਂ ਨੂੰ ਐਸੀ ਕਿ ਮੈਂ ਲੈ ਲਵਾਂ, ਪਹਿਲਾਂ ਮੈਂ ਲੈਣਾ। ਮੈਂ ਕਿਹਾ ਇਹਨਾਂ ਨੂੰ ਕਹਿ ਦਿਓ ਸਭ ਨੂੰ ਮਿਲੇਗਾ, ਪਹਿਲਾਂ ਬਾਬਾ ਜੀ। ਅੱਛਾ, ਫਿਰ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਦੇਖੋ, ਫਿਰ ਮੈਨੂੰ ਮੇਨ ਭਾਈ ਨੇ ਬੁਲਾਇਆ ਅੰਦਰ, ਕਹਿੰਦਾ ਭੈਣ ਜੀ ਬਹੁਤ ਬੁਰਾ ਹੋਇਆ, ਅਸੀਂ ਮਾਫੀ ਇਹਨਾਂ ਦੀ ਇਹ ਕਰਾਂਗੇ, ਇਹਨਾਂ ਨੂੰ ਇਹ ਕਰਾਂਗੇ। ਮੈਂ ਕਿਹਾ ਵੀਰ ਜੀ ਸ਼ਰਮਿੰਦੀ ਮੈਂ ਵਾਂ ਤੁਹਾਡੇ ਤੋਂ, ਇਹਨਾਂ ਦੀ ਨੀਡ ਹੈ। ਮੈਂ ਕਿਹਾ ਮੈਨੂੰ ਦੱਸੋ ਤੁਸੀਂ ਇਹਨਾਂ ਨੂੰ ਕੀ ਤਨਖਾਹ ਦਿੰਦੇ ਹੋ? ਕਹਿੰਦਾ ਜੀ 5000 ਰੁਪਇਆ। ਮੈਨੂੰ ਦੱਸੋ 5000 ਰੁਪਏ ਵਿੱਚ ਦਿੱਲੀ ਵਾਲੀ ਜਗ੍ਹਾ ਦੇ ਵਿੱਚ, ਬੰਗਲਾ ਸਾਹਿਬ ਮੈਂ ਐਕਚੁਅਲੀ ਗੱਲ, ਕਹਿੰਦਾ 5000 ਰੁਪਇਆ ਔਰ ਅਖੰਡ ਪਾਠ ਸਾਹਿਬ ਦੀ ਡਿਊਟੀ ਜਿਹੜੀ 2.5 ਘੰਟੇ ਕਰਦਾ 100 ਰੁਪਇਆ। ਮੈਂ ਕਿਹਾ ਇਹ ਵਿਚਾਰੇ ਕਿਸ, ਦੈਟਸ ਵੇਅਰ ਆਈ ਕੈਨ ਸੀ ਦ ਨੀਡ। ਹੁਣ ਗੁਰੂ ਦੀ ਗੋਲੋ ਕੀ ਹੈ, ਇਹਨਾਂ ਦੀ ਨੀਡ, ਤੇ ਮੈਂ ਤੇ ਇਹਨਾਂ ਨੂੰ ਪੈਸੇ ਦਿੰਦਾ, ਮੈਂ ਗੁਰੂ ਦੀ ਗੋਲੋ ਪਾ ਰਹੀ ਹਾਂ। ਮੈਂ ਇਹਦੇ ਤੇ ਇੱਕ ਗੱਲ ਮੇਰੇ ਦਿਮਾਗ 'ਚ ਆਉਂਦੀ ਪਈ ਹੈ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਰੀਬ, ਬੜੇ ਲੋਕ ਗਰੀਬ ਹੈਗੇ ਨੇ ਦੁਨੀਆ 'ਚ, ਚਲੋ ਆਪਣੇ ਇੰਡੀਆ 'ਚ ਕੁਝ ਜ਼ਿਆਦਾ ਹੀ ਬੁਰੇ ਹਾਲਾਤ ਹੈਗੇ ਨੇ, ਗਰੀਬੀ ਇਹ ਥੋੜਾ ਤੁਹਾਨੂੰ ਕਹਿੰਦੀ ਕਿ ਤੁਸੀਂ ਆਪਣਾ ਰਿਲੀਜਨ ਬਣ ਕੇ ਦੇਖ ਲਓ ਤੇ ਨਹੀਂ, ਮੈਂ ਤੁਹਾਨੂੰ ਦੱਸਿਆ ਵੀਕਨੈਸ ਦੇਖੋ, ਜਦੋਂ ਵੀਰ ਜੀ ਤੁਹਾਡਾ ਪੇਟ ਭੁੱਖਾ ਹੈ, ਜਦੋਂ ਤੁਹਾਨੂੰ ਖਾਣਾ ਨਹੀਂ ਮਿਲ ਰਿਹਾ, ਉਹ ਜੋ ਤੁਹਾਡੇ ਤੇ ਤਕਲੀਫ ਆਈ ਹੈ, ਬਿਮਾਰੀ ਹੈ, ਉਸ ਵਕਤ ਰਿਲੀਜਨ ਇਜ਼ ਨੋਟ ਇੰਪੋਰਟੈਂਟ। ਤੁਹਾਡੀਆਂ ਨੀਡਸ ਇੰਨੀਆਂ ਸਟਰੋਂਗ ਹੈ ਜਿਹੜੀਆਂ ਫੁੱਲਫਿਲ ਹੋਏ ਨਹੀਂ। ਬਾਹਰ ਜਿਹੜਾ ਭਿਖਾਰੀ ਹੈ ਉਹ ਤੇ ਮੰਗ ਲੈਂਦਾ, ਉਹਨੂੰ ਗੋਰੇ ਵੀ ਆਉਂਦੇ 100 ਰੁਪਇਆ ਦੇ ਜਾਂਦੇ, ਇਹ ਵਿਚਾਰੇ ਕਿਸੇ ਕੋਲ ਮੰਗ ਵੀ ਨਹੀਂ ਸਕਦੇ। ਅੱਛਾ, ਫਿਰ ਅਗਲੀ ਵਾਰ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਹਰ ਇੱਕ ਨੂੰ ਇਹ ਮੈਸੇਜ ਕਰ ਦਿਓ, ਹਰ ਇੱਕ ਨੂੰ ਮਿਲੇਗਾ ਹੈ, ਜਿੰਨੇ ਬੰਦੇ। ਕੈਨ ਯੂ ਬਿਲੀਵ ਬਾਲਕਨੀ ਜਦੋਂ ਭੋਗ ਪਿਆ 100 ਬੰਦਾ, ਕੈਨ ਯੂ ਬਿਲੀਵ? ਹੁਣ ਮੈਂ ਕਹਿੰਦੇ ਭੈਣ ਜੀ ਇੱਕ ਤੁਸੀਂ ਕਰਦੇ ਕੋ ਆਸਟ੍ਰੇਲੀਆ ਤੋਂ ਇੰਜਰਡ ਹੋਏ, ਮੈਂ ਕਿਹਾ ਮੈਂ ਇੰਜਰਡ ਨਹੀਂ, ਮੈਨੂੰ ਤਾਂ ਸ਼ਰਮ ਆ ਰਹੀ ਹੈ। ਮੈਂ ਕਿਹਾ ਜਾਂ ਤਾਂ ਇਹਨਾਂ ਦੀਆਂ ਤਨਖਾਹਾਂ ਵਧਾਓ, 5000 ਰੁਪਏ ਤੇ ਤੁਸੀਂ ਘਰ ਜਿਹੜੀ ਭਾਂਡੇ ਮਾਂਜਦੇ, ਜਦ ਤੁਸੀਂ ਨੌਕਰ ਰੱਖਦੇ ਹੋ ਉਹਨਾਂ ਨੂੰ ਹੀ ਦਿੰਦੇ ਹੋ, ਤੇ ਤੁਸੀਂ ਇਹਨਾਂ ਪਾਈਆਂ ਨੂੰ ਕਿਸ ਤਰ੍ਹਾਂ ਇੰਨੀ ਲੋ, ਜਦ ਕਿ ਇੰਨਾ ਪੈਸਾ ਹੈ। ਅੱਛਾ, ਫਿਰ ਮੈਂ ਅੰਮ੍ਰਿਤਸਰ ਸਾਹਿਬ ਗਈ, ਸੇਮ ਥਿੰਗ ਮੈਂ ਉੱਥੇ ਕਰਦੀ ਸੀ, ਜਿਹੜਾ ਪਾਇਆ ਉਹਨੂੰ 500, ਉੱਥੇ ਜੀ ਪਾਈਆਂ ਨੇ ਮਨਾ ਕਰ ਦਿੱਤਾ, ਜੀ ਅਸੀਂ ਨਹੀਂ ਲੈਣਾ, ਸਾਨੂੰ ਮਨਾ ਹੋ ਗਿਆ। ਮੈਂ ਤੇ ਆਫਿਸ ਵਿੱਚ ਗਈ, ਮੈਂ ਕਿਹਾ ਤੁਸੀਂ ਇਹਨਾਂ ਮਨਾ ਕਰ ਦਿੱਤਾ ਹੈ ਲੈਣ ਤੋਂ, ਕੀ ਗੱਲ ਹੈ? ਕਹਿੰਦੇ ਨਹੀਂ ਜੀ ਅਸੀਂ ਮਨਾ ਕੀਤਾ ਹੈ। ਤੇ ਉੱਥੇ ਜਿਹੜਾ ਕੀਰਤਨ ਕਰਦਾ ਉਹਨੂੰ ਵੀ ਚੜ੍ਹਤ ਨਹੀਂ ਜਾਣ ਦਿੰਦੇ। ਸਾਰਾ ਪੈਸਾ ਗੋਲਕ ਹੀ ਜਾਣਾ ਚਾਹੀਦਾ ਹੈ। ਇਹ ਵਿਚਾਰੇ ਜਿਹੜੇ ਕੰਮ ਕਰਦੇ ਹੈ ਉਹਨਾਂ ਨੂੰ ਕੀ ਤੁਸੀਂ ਦਿੰਦੇ ਪਿਓ? ਤੁਸੀਂ ਇਹਨਾਂ ਨੂੰ ਇੰਨਾ ਨੀਡੀ ਕਿਉਂ ਰੱਖਿਆ ਹੈ? ਉਹ ਜਿਹੀ ਬੰਦਿਆਂ ਨੂੰ ਉਹਨਾਂ ਨੇ ਅਟੈਕ ਕੀਤਾ ਹੈ। ਉਹਨਾਂ ਵਿਚਾਰਿਆਂ ਦੀ ਨੀਡ ਹੈ, ਉਹ ਰਿਲੀਜਨ ਨੂੰ ਕੀ, ਉਹਨਾਂ ਨੂੰ ਥੋੜਾ ਰਿਲੀਜਨ ਦਾ ਪਤਾ ਵੀ ਹੈ। ਜੇ ਹੁਣ ਪੰਜਾਬ 'ਚ ਅੱਜ ਕਨਵਰਸ਼ਨ ਹੋ ਰਹੀ ਹੈ ਲਾਲਚਾ ਦੇ ਕੇ, ਉਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੋਂ ਅਸੀਂ ਵੀਕਨੈਸ ਹੈਗੀ, ਉਹ ਚੀਜ਼ ਨੂੰ ਫੇਸ ਕਰਨਾ ਚਾਹੀਦਾ, ਹਰ ਤਰੀਕੇ ਨਾਲ ਫੇਸ ਕਰਨਾ ਚਾਹੀਦਾ। ਇੱਕ ਆਪਣੇ ਸਾਡੇ ਰਿਲੀਜਨ ਜਿੱਦਾਂ ਤੁਸੀਂ ਕਿ ਪੰਜੇ ਬੜੀਆਂ ਖੂਬੀਆਂ ਹੈਗੀਆਂ ਨੇ, ਮੈਂ ਆਪਣੇ ਵੱਲੋਂ ਤੁਹਾਨੂੰ ਥੋੜ੍ਹਾ ਜਿਹਾ ਕਹਿਣਾ ਪਿਆ ਕਿ ਅਸੀਂ ਕਦੀ ਕਿਸੇ ਨੂੰ ਫੋਰਸ ਨਹੀਂ ਕਰਦੇ ਕਿ ਤੂੰ ਸਿੱਖ ਬਣ, ਕਦੀ ਕਿਸੇ ਨੂੰ ਨਹੀਂ। ਇਹ ਕਹਿੰਦੇ ਆ ਜਿਹੜੇ ਸਿੱਖ ਆ ਤੁਸੀਂ ਸਿੱਖ ਬਣੇ ਰਹੋ। ਦੂਜੀ ਗੱਲ ਤੁਸੀਂ ਵੀ ਪਤਾ ਹੈ, ਜਿੰਨਾ ਕੁ ਮੈਨੂੰ ਨੌਲੇਜ ਹੈਗੀ ਆ, ਅਗਰ ਤੁਸੀਂ ਦਿਲੋਂ ਅਰਦਾਸ ਕਰਦੇ ਹੋ ਨਾ, ਬੜੀ ਤਾਕਤ ਆ ਉਹਦੇ ਵਿੱਚ। ਬਿਲਕੁਲ, ਤੁਹਾਡਾ ਜਨਮ ਅਗਰ ਸਿੱਖ ਦੇ ਘਰ ਦੇ ਵਿੱਚ ਹੋਇਆ, ਉਹਨੂੰ ਅਪਣਾਓ, ਉਹਨੂੰ ਮੰਨੋ ਤੇ ਉਹਦੇ ਤੇ ਵਰਕ ਆਊਟ ਕਰੋ। ਤੁਹਾਡੀ ਆਪਾਂ ਕਹਿੰਦੇ ਨੇ, ਹੁਣ ਮੈਨੂੰ ਮੈਂ ਉਹਦਾ ਆਰਗੂਮੈਂਟ ਨਹੀਂ, ਜ਼ਿਆਦਾ ਸਿੰਪਲ ਗੱਲ ਕਰਦਾ, ਮੈਂ ਦਿਨ ਰਾਤ ਪੂਜਾ ਕਰਦਾ, ਦਿਨ ਰਾਤ ਰੱਬ ਕੋਲੋਂ ਚੀਜ਼ ਮੰਗਦਾ, ਮੈਨੂੰ ਰੱਬ ਨਹੀਂ ਦਿੰਦਾ ਪਿਆ, ਚਲੋ ਮੈਂ ਕ੍ਰਿਸਚਨ ਬਣ ਕੇ ਦੇਖ ਲੈਂਦਾ, ਸ਼ਾਇਦ ਮੈਨੂੰ ਉੱਥੋਂ ਮਿਲ ਗਿਆ। ਇੱਦਾਂ ਥੋੜ੍ਹਾ ਹੁੰਦਾ ਭੈਣ ਜੀ। ਤੁਸੀਂ ਨਹੀਂ ਦੇਖੋ ਨਾ, ਇੱਕ ਨਾਲ ਇਹ ਨਾ ਧੋਖਾ ਹੈ, ਇਹ ਧੋਖਾਬਾਜ਼ੀ ਹੈ। ਉਹੀ ਨਾ, ਇਹ ਜਿਹੜੀ ਹੁਣ ਕਨਵਰਸ਼ਨ ਉੱਥੇ ਹੋ ਰਹੀ ਹੈ, ਉਹਨਾਂ ਨੂੰ ਕ੍ਰਿਸਚੀਅਨਿਟੀ ਸਿਖਾ ਕੇ ਨਹੀਂ ਹੋ ਰਹੀ। ਬਿਲਕੁਲ, ਉਹ ਉੱਥੇ ਧੋਖੇ ਦੇ ਨਾਲ ਉਹਨਾਂ ਨੂੰ ਫੇਥ ਹੀਲਿੰਗ ਜਿਹਨੂੰ ਕਹਿੰਦੇ ਨਾ, ਕਿ ਤੁਸੀਂ ਇੱਥੇ ਕ੍ਰਿਸਚਨ ਬਣ ਜਾਓ ਤੁਹਾਡਾ ਕੈਂਸਰ ਖਤਮ ਹੋ ਜਾਏਗਾ, ਤੁਸੀਂ ਇਹ ਬਣ ਜਾਓ ਤੁਹਾਡਾ ਇਹ ਖਤਮ ਹੋ ਜਾਏਗਾ। ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਉਹ ਜਿਹੜਾ ਨਾ ਗਲਤ ਗੱਲਾਂ ਸਿਖਾ ਰਹੇ ਨੇ, ਧੋਖਾਬਾਜ਼ੀ ਕਰ ਰਹੇ ਨੇ। ਤੇ ਉਹਦੇ ਨਾਲ ਦੇਖੋ, ਜਿਹੜਾ ਵੀ ਮੈਨੂੰ ਦੱਸਦੇ ਪਏ ਸਨ ਕਿ ਬੜੇ ਫੇਮਸ ਸਰਦਾਰ ਜੀ, ਉਹਨਾਂ ਨੇ ਦੱਸਿਆ, ਕਹਿੰਦੇ ਉਹ ਜਿਹੜੇ ਕ੍ਰਿਸਚਨ ਤਿੰਨ ਖਾਸ ਕਰਕੇ ਪਾਸਟਰ ਹੈਗੇ ਨੇ, ਤਿੰਨੋਂ ਹੀ ਸਿੱਖ ਘਰਾਂ ਚੋਂ ਨਿਕਲੇ ਹੋਏ ਨੇ, ਤੇ ਉਹ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਤੁਸੀਂ ਦਵਾਈ ਹੈ ਨਾ, ਫੇਕ ਦਵਾਈ ਦੇ ਦਿੰਦੇ ਨੇ। ਕਹਿੰਦੇ ਇਹ ਹਫਤਾ ਤੁਸੀਂ ਆਪਣੇ ਗੁਰੂ ਦੀ ਫੋਟੋ ਸਾਹਮਣੇ ਰੱਖ ਕੇ ਤੇ ਹਫਤਾ ਦਵਾਈ ਖਾਓ। ਅੱਛਾ, ਉਹ ਫੇਕ ਦਵਾਈ ਹੁੰਦੀ ਹੈ, ਫੇਕ ਦਵਾਈ ਹੁੰਦੀ ਹੈ। ਤੇ ਕਹਿੰਦੇ ਫਿਰ ਹਫਤੇ ਬਾਅਦ ਆ ਕੇ ਸਾਨੂੰ ਦੱਸਣਾ ਤੁਹਾਡਾ ਕੀ ਹਾਲ ਹੈ। ਉਹ ਹਾਲ ਤਾਂ ਉਹੀ ਹੋਣਾ ਸੀ ਨਾ, ਕਿਉਂਕਿ ਦਵਾਈ ਤਾਂ ਮਿਲੀ ਨਹੀਂ ਹੈ। ਫਿਰ ਅਗਲੇ ਹਫਤੇ ਕਹਿੰਦੇ ਨੇ ਇਹ ਤੁਸੀਂ ਜੀਸਸ ਦੀ ਪਿਕਚਰ ਰੱਖ ਕੇ ਤੇ ਤੁਸੀਂ ਇਹ ਦਵਾਈ ਖਾ ਲਓ। ਉਹ ਦਵਾਈ ਠੀਕ ਹੁੰਦੀ ਹੈ, ਉਹ ਹਫਤੇ ਬਾਅਦ ਉਹ ਠੀਕ ਹੋ ਜਾਂਦੇ ਨੇ। ਉਹ ਕਹਿੰਦੇ ਦੇਖਿਆ, ਤੁਸੀਂ ਹੁਣ ਕ੍ਰਿਸਚਨ ਬਣ ਜਾਓ। ਇਸ ਤਰ੍ਹਾਂ ਦੀਆਂ ਗਲਤ ਗੱਲਾਂ ਕਰਕੇ, ਧੋਖਾਬਾਜ਼ੀ ਕਰਕੇ, ਇਹ ਗਲਤ ਹੈ। ਠੀਕ ਹੈ, ਸਾਡੇ 'ਚ ਬੜੇ ਕਸੂਰ ਹੈ,
ਸਾਡੇ 'ਚ ਕਸੂਰ ਆ, ਸਭ ਤੋਂ ਵੱਡਾ ਕਸੂਰ ਇਹ ਹੈਗਾ ਕਿ ਅਸੀਂ ਸਿੱਖੀ ਸਿਖਾ ਨਹੀਂ ਸਕੇ ਆਪਣੇ ਬੰਦਿਆਂ ਨੂੰ। ਜਿਹੜੇ ਦੇਖੋ ਨਾ, ਹੁਣ ਜਿਹੜਾ ਕ੍ਰਿਸਚਨ ਪਾਸਟਰ ਹੋਏਗਾ ਉਹਨੇ ਘੱਟੋ ਘੱਟ ਮਿਨੀਮਮ ਉਹਦੇ ਕੋਲ BSc ਉਹਦੇ 'ਚ ਹੋਏਗੀ, Education ਰਿਲੀਜੀਅਸ ਤਾਂ ਜ਼ਰੂਰੀ ਹੈ, ਐਜੂਕੇਸ਼ਨ 'ਚ ਹਾਂਜੀ, ਹੋਏਗੀ। ਹਾਂ। ਮੈਂ ਕਿਸੇ ਨੂੰ ਕਿਹਾ, ਕੋਈ ਗੱਲ ਕਰ ਰਹੇ ਸੀ ਜਥੇਦਾਰਾਂ ਦੀ, ਤੇ ਕੋਈ ਕਿਸੇ ਦੀ ਗੱਲ ਕਰ ਰਹੇ ਸੀ, ਮੈਂ ਕਿਹਾ ਉਹ ਪੜ੍ਹੇ ਲਿਖੇ ਨਹੀਂ ਹੈ, ਤੇ ਮੈਨੂੰ ਅੱਗੋਂ ਕਹਿੰਦੇ ਹਾਂ ਤੁਹਾਨੂੰ ਆਕਸਫੋਰਡ ਗ੍ਰੈਜੂਏਟ ਚਾਹੀਦਾ। Of course. ਮੈਂ ਕਿਹਾ that's what's Yeah, happening। of course. ਇਹਨਾਂ ਦਾ ਇੱਕ ਬੰਦਾ ਜਿਹੜਾ ਗ੍ਰੈਜੂਏਟ ਹੈ, ਉਹਨਾਂ ਨੂੰ ਕ੍ਰਿਸਚੀਅਨਿਟੀ ਦੀ ਸਮਝ ਹੈ। ਇੱਕ ਆਮ ਨਾਟ ਟਾਕਿੰਗ ਅਬਾਊਟ ਜਿਹੜੀ ਕਨਵਰਸ਼ਨ ਦੀ, ਇਹਨਾਂ ਨੂੰ ਕੋਈ ਨਹੀਂ, ਇਹ ਝੂਠ ਹੈ, ਇਹ ਫੇਥ ਹੀਲਿੰਗ ਹੈ, ਇੱਥੇ ਬਿਲਕੁਲ ਮੈਂ ਐਡ ਝੂਠ ਕਰਨਾ ਹੈ। ਚਾਹਾਂਗੀ ਕਿ ਦੇਖੋ ਪਗੜੀ ਉਹਨਾਂ ਨੇ ਨਹੀਂ ਨਾ ਲਾਈ, ਸਿੱਖਾਂ ਨੂੰ ਅਪਰੋਚ ਕੀਤਾ ਗਿਆ ਹੈ, ਉਹਨਾਂ ਨੇ ਆਪਣੀ ਪਗੜੀ ਨਹੀਂ ਲਾਈ। ਫੇਥ ਇਜ਼ ਸੋ ਸਟਰੋਂਗ, ਸਿੱਖੀ ਇਜ਼ ਇਨ them। ਹਾਂ, ਉਹਨਾਂ ਨੇ ਉਹਨਾਂ ਦੀ ਥੋੜੀ ਕਮਜ਼ੋਰੀ ਦੇਖੀਏ, ਉਹਨਾਂ ਨੀਡ ਦੇਖੀਏ, ਉੱਥੇ ਅਟੈਕ ਕੀਤਾ ਗਿਆ, ਫਿਰ ਉਹ ਵੀ ਕਹਿੰਦੇ ਠੀਕ ਹੈ ਚਲੋ, ਜਾਂ ਉਹਨਾਂ ਨੂੰ ਧੋਖਾ। ਬਾਕੀ ਹੈਗਾ ਇਸ ਵਕਤ ਹੁਣ ਸਾਡੇ ਲੋਕਾਂ ਦਾ ਅਕਾਲ ਤਖਤ ਤੇ ਜਿਹੜੇ ਬੈਠੇ ਆ ਸਾਡੇ ਜਥੇਦਾਰ, ਇਸ ਵਕਤ ਪੂਰੀ ਤਰ੍ਹਾਂ ਜਾਗਣ ਦਾ ਟਾਈਮ ਹੈ। ਪਲੀਜ਼ ਉਹਨਾਂ ਦੇ ਅੱਗੇ ਅਸੀਂ ਬੇਨਤੀ, ਇਸ ਚੈਨਲ ਤੇ ਬੈਠ ਕੇ ਗੱਲ ਕਰਨ ਦਾ ਸਾਡਾ ਪਰਪਸ ਹੀ ਇਹੀ ਹੈਗਾ। ਗੱਲ ਹੋਰ ਹੁੰਦੀ ਹੈ, ਮੈਂ ਬੜਾ ਕੁਝ ਤੁਹਾਡੇ ਕੋਲੋਂ ਦੇਖ ਕੇ ਪਤਾ ਲੱਗਦਾ, ਕਿਉਂਕਿ ਹਮ ਸ਼ੋਅ ਐਸੇ ਕਰਕੇ ਅਸੀਂ ਸ਼ੋਅ ਕਰਦੇ ਹਾਂ, ਬੜੇ ਲੋਕਾਂ ਨੂੰ ਨਹੀਂ ਪਤਾ ਕਿ ਲੋਕ ਪੰਜਾਬ ਨਾਲ ਬੜੀ ਪਿਆਰ ਮੁਹੱਬਤ ਕਰਦੇ ਆ, ਤੁਸੀਂ ਨਿਊਜ਼ ਸੁਣਦੇ ਰਹਿੰਦੇ ਹੋ। ਕਈ ਦਫਾ ਇਹਦੀ ਨਿਊਜ਼ ਬਾਹਰ ਨਹੀਂ ਆਉਂਦੀ। ਅੱਜ ਅਸੀਂ ਉਹ ਚੈਨਲ ਤੇ ਗੱਲ ਕਰ ਰਹੇ ਹਾਂ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈਗਾ। ਪਰ ਜੀ, ਜੇ ਅਗਰ ਤੁਸੀਂ ਦੁਸ਼ਮਣ ਨੂੰ ਖਤਮ ਕਰਨਾ ਹੁੰਦਾ, ਪਹਿਲਾਂ ਜੜ ਪੱਟਣੀ ਪੈਂਦੀ ਹੈ। ਹੁਣ ਜਿਹੜੇ ਆਪਣੇ ਸਰਦਾਰ ਹੈਗੇ, ਸਾਰਿਆਂ ਨੂੰ ਸਟਰੋਂਗੈਸਟ ਕੌਮ ਹੈਗੀ ਹੈ, ਬਿਲਕੁਲ। ਐਸੇ ਕਰਕੇ ਉਹਨਾਂ ਨੂੰ ਉਸੇ ਟਾਰਗੇਟ attack ਕਰਦੇ। ਕੀਤਾ। ਉਹ ਬਿਲਕੁਲ ਉਹਨਾਂ ਉਹ ਹੁਣ ਨਾ ਦੇਖੋ, ਧੋਖਾਬਾਜ਼ੀ ਇਸ ਤਰ੍ਹਾਂ ਹੈ ਕਿ ਤੁਸੀਂ ਨਾਮ ਹੀ ਨਾ ਬਦਲੋ। ਹੁਣ ਮੈਂ ਸਪੋਜ਼ਿੰਗ ਮੇਰਾ ਨਾਮ ਕਮਲਜੀਤ ਕੌਰ ਹੈ, ਤਾਂ ਤੂੰ ਕਮਲਜੀਤ ਕੌਰ ਰਹਿ ਜਾ, ਪਰ ਤੂੰ ਕ੍ਰਿਸਚਨ ਬਣ ਜਾ। ਕ੍ਰਿਸਚਨ ਬਣ ਜਾ। ਦਾਣੇ ਅੱਛਾ, ਪਾਉਂਦੇ ਤੇ ਪਏ ਨਾ, ਜਿਹੜਾ ਹੋਰ ਕੀ ਹੁੰਦਾ? ਸਰਦਾਰ ਹੈ, ਤੁਹਾਨੂੰ ਪੱਗ ਲਾਉਣ ਦੀ ਲੋੜ ਨਹੀਂ ਹੈ, ਤੁਸੀਂ ਦਾੜੀ ਪਾਈ ਰੱਖੋ, ਤੁਸੀਂ ਪੰਜੇ ਕਕਾਰ ਪਾਈ ਰੱਖੋ। ਓ ਮਾਈ ਗॉड। ਤੇ ਉਹਨੂੰ ਡਿਪ ਦੇ ਦਿੰਦੇ ਨੇ ਪਾਣੀ 'ਚ। ਪਾਸਟਰ ਨੇ ਵੀ 5 ਕਕਾਰ ਪਾਏ। ਹੁਣ ਇਹ ਉਹਨਾਂ ਦੀ ਆਈਡੈਂਟੀਟੀ ਨਹੀਂ ਹੈ, ਇਹ ਸਿੱਖਾਂ ਦੀ ਆਈਡੈਂਟੀਟੀ ਹੈ। ਉਹ ਸਾਡੀ ਆਈਡੈਂਟੀਟੀ ਵੀ ਖੋ ਕੇ ਤੇ ਉਹਦੇ ਗਲਤ ਪਾਸੇ ਪਾ ਕੇ ਉਹਨੂੰ ਧੋਖੇਬਾਜ਼ੀ Attack ਦੇ ਹੈ ਨਾ, ਨਾਲ ਸਾਡੀ ਕ੍ਰਿਸਚਨ ਸਿੱਖਿਜ਼ਮ ਨੂੰ ਪਾਰਟ ਆਫ ਕ੍ਰਿਸਚੀਅਨਿਟੀ ਬਣਾਈ ਜਾਂਦੇ ਪਨ। ਠੀਕ ਹੈ ਨਾ। ਅੱਛਾ, ਉਹ ਫਿਰ ਜਾਂਦੇ ਨੇ ਗੁਰਦੁਆਰੇ ਨੂੰ ਗੁਰਦੁਆਰਾ ਹੀ ਕਹਿਣਗੇ, ਆਪਣੇ ਚਰਚ ਨੂੰ। ਉਹ ਸਾਡਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਆਪਣੀ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਬਣਾ ਲਿਆ। ਹੁਣ ਫੋਰ ਐਗਜ਼ਾਮਪਲ ਚਮਕੌਰ ਸਾਹਿਬ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ। ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਾਹਿਬਜ਼ਾਦੇ, ਉੱਥੇ ਹੋਰ ਸਿੰਘ ਕਿੰਨੇ ਸ਼ਹੀਦ ਹੋਏ। ਉਹ ਕ੍ਰਿਸਚੀਅਨਿਟੀ ਨਾਲ ਉਹਦਾ ਕੀ ਮਤਲਬ ਹੈ? ਉਹਨਾਂ ਨੇ ਬਣਾ ਲਿਆ ਚਮਕੌਰ ਸਾਹਿਬ ਚਰਚ। ਇਹ ਵੀ ਤੇ ਧੋਖਾ ਦਿੰਦੇ ਆ ਨਾ ਕਿ ਉਹਨਾਂ ਨੂੰ ਸਿੱਖਾਂ ਵਾਲੀਆਂ ਹੀ ਗੱਲਾਂ, ਸਤਸੰਗ ਉਹੀ ਕੰਗਰੀਗੇਸ਼ਨ ਨੂੰ ਉਹ ਸੰਗਤ ਹੀ ਕਹਿਣਗੇ। ਉਹ ਨਾਲ ਕ੍ਰਿਸਚੀਅਨਿਟੀ 'ਚ ਕਿੱਥੇ ਲੰਗਰ ਦੀ ਗੱਲ ਹੈ? ਉੱਥੇ ਲੰਗਰ ਵੀ ਕਹਿਣਗੇ ਲੰਗਰ ਹੀ ਹੈ। ਬਸ ਇਹ ਕਹਿੰਦੇ ਆ ਕਿ ਤੁਸੀਂ ਜਿਹੜਾ ਸਤਿਗੁਰ ਤੁਹਾਡਾ ਨਾ ਉਹ ਜੀਸਸ ਹੈ, ਪਰਮੇਸ਼ਰ ਤੁਹਾਡਾ ਜੀਸਸ ਹੈ। ਇਹ ਤੁਸੀਂ ਕਹੀ ਜਾਓ, ਇਹ ਕਰੀ ਜਾਓ। ਉਹ ਸਾਰੀ ਸਿੱਖੀ ਜਿਹੜੀ ਹੈ ਨਾ ਬ੍ਰਾਂਚ ਆਫ ਕ੍ਰਿਸਚੀਅਨਿਟੀ ਬਣਾਈ ਜਾਂਦਾ। ਪਰ ਉੱਥੋਂ ਦੀ ਲੈਂਗੁਏਜ, ਉਹਨਾਂ ਦਾ ਹੀ ਕਲਚਰ, ਉਹਨਾਂ ਦਾ ਹੀ ਧਰਮ ਲੈ ਕੇ ਤੇ ਕਹੀ ਜਾਂਦੇ ਨੇ ਤੁਸੀਂ ਕ੍ਰਿਸਚਨ। ਉਹੀ ਮੈਂ ਕਹਿ ਰਿਹਾ ਨਾ। ਤਾਂ ਹੀ ਉਹ ਆਇਡੈਂਟੀਟੀ ਨੂੰ ਨਹੀਂ ਕਰ ਸਕੇ। ਸਭ ਕੁਝ ਤਾਂ ਭੈਣ ਜੀ ਕਹਿ ਰਹੇ ਕਿ ਸਭ ਕੁਝ ਉਹਨਾਂ ਨੇ ਉਹੀ ਰੱਖਿਆ ਹੈ। ਉਹਨਾਂ ਨੂੰ ਹੌਲੀ ਹੌਲੀ ਕਰਦੇ ਪਿਆ ਹੈ। ਪਰ ਦਿਸ ਇਜ਼ ਦ ਟਾਈਮ ਵੀ ਆਲ ਹੈਵ ਟੂ ਬੀ ਅਵੇਅਰ ਆਫ। ਇਹੀ ਵਜ੍ਹਾ ਸਾਡੀ ਇੱਥੇ ਗੱਲ ਕਰਨ ਦੀ, ਹੋਰ ਵੀ ਅੱਗੋਂ ਵੀ ਕਰਦੇ ਰਹਾਂਗੇ। ਔਰ ਇਹ ਸਗੀ ਹੈ, ਔਰ ਬੇਨਤੀ ਇੱਥੋਂ ਅਸੀਂ ਆਵਾਜ਼ ਚੁੱਕਣੀ ਹੈ ਕਿ ਸਾਡੀ ਬੇਨਤੀ ਹੈ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਕਿ ਪਲੀਜ਼ ਇੱਕ ਹਾਂ ਜਿਹੜਾ ਤੁਸੀਂ ਗੱਲ ਫਿਰ ਮੈਂ ਸਮਨ ਅਪ ਕਰਦਾ ਪਿਆ, ਗਰੀਬੀ ਤੁਸੀਂ ਕਹਿੰਦੇ ਬੜਾ ਕੁਝ ਕਰਾ ਦਿੰਦੀ ਹੈ। ਲੇਕਿਨ ਅਗਰ ਤੁਹਾਡਾ ਵਿਸ਼ਵਾਸ ਗੁਰੂਆਂ ਦੇ ਉੱਪਰ ਹੈ, ਜੋ ਇੰਨੇ ਸਾਲਾਂ ਦਾ ਸਾਡੇ ਪਾਸ ਹਿਸਟਰੀ ਹੈਗੀ ਹੈ, ਉਹ ਕਿੰਨੇ ਵੀ ਤੁਸੀਂ ਗਰੀਬ ਹੋਵੇ ਟੁੱਟ ਨਹੀਂ ਸਕਦੇ। ਆਪਣੇ ਗੁਰੂ ਨੇ ਸ਼ਹਾਦਤਾਂ ਦਿੱਤੀਆਂ ਹੋਈਆਂ ਨੇ। ਹਾਂ, ਬਿਲਕੁਲ। ਬੜੀਆਂ ਲਾਚਾਂ ਮਿਲੀਆਂ ਨੇ, ਬੜਾ ਕੁਝ ਮਿਲਿਆ ਉਹਨਾਂ ਟੁੱਟੇਗੀ ਨੂੰ। ਨਹੀਂ, ਪਰ ਨਹੀਂ, ਇਹ ਤੁਸੀਂ ਬਿਲਕੁਲ ਠੀਕ ਕਿਹਾ। ਪਰ ਇਹ ਸਾਡਾ ਸਮਝਾਉਂਦਾ ਕੌਣ ਪਿਆ ਸਾਡੇ ਬੱਚਿਆਂ ਨੂੰ? ਬਸ। ਸਾਡੀ ਨੈਕਸਟ ਜਨਰੇਸ਼ਨ ਨੂੰ, ਸਾਡੀ ਜਨਰੇਸ਼ਨ ਨੂੰ ਕੌਣ ਸਮਝਾਉਂਦਾ ਪਿਆ ਸਿੱਖੀ ਕੀ ਹੈ? ਉਹ ਕਿਹਦਾ ਫਰਜ਼ ਹੈ ਸਮਝਾਉਣਾ? ਇਹਨੂੰ ਦੇਖੋ ਨਾ ਕਿ ਸਿੱਖੀ ਦਾ ਪ੍ਰਚਾਰ ਕਰਨਾ, ਅਸੀਂ ਇਹ ਨਹੀਂ ਕਹਿੰਦੇ ਕਨਵਰਟ ਕਰੋ ਕਿਸੇ ਨੂੰ। ਵੈਸੇ ਤਾਂ ਕਨਵਰਟ ਹੋਏ ਅਸੀਂ ਸਾਰੇ ਜਿਹੜੇ ਸਿੱਖ ਬਣੇ। ਗੁਰੂ ਸਾਹਿਬ ਨੇ ਤੇ ਗੁਰੂ ਨਾਨਕ ਸਾਹਿਬ ਤਾਂ ਇਕੱਲੇ ਸਨ ਨਾ। ਉਹ ਥਾਂ ਤੇ ਗਏ, ਫਿਰ ਉੱਥੇ ਸੰਗਤਾਂ ਹੋਈਆਂ, ਉੱਥੇ ਵੱਡੀਆਂ ਸੰਗਤਾਂ ਹੋਈਆਂ, ਉਦੋਂ ਵੱਡੀਆਂ ਸੰਗਤਾਂ ਹੋਈਆਂ। ਬਾਰ ਕਾਬਲ ਵਿੱਚ ਕਿੰਨੀਆਂ ਸੰਗਤਾਂ ਸਨ। ਹੁਣ ਸਾਡਾ ਜੈਨੋਸਾਈਡ ਉੱਥੇ ਹੋ ਗਿਆ, ਉੱਥੇ ਸਿੱਖ ਖਤਮ ਹੋ ਗਏ। ਇਹ ਪ੍ਰਚਾਰ ਹੀ ਸੀ ਨਾ, ਪ੍ਰਚਾਰ ਦੇ ਨਾਲ ਲੋਕੀ ਸਿੱਖੀ ਲੈਂਦੇ ਰਹੇ। ਹੁਣ ਸਾਡਾ ਪ੍ਰਚਾਰ ਹੀ ਨਹੀਂ ਹੋ ਰਿਹਾ, ਗਲਤ ਹੋ ਰਿਹਾ, ਜਾਂ ਹੋ ਹੀ ਨਹੀਂ ਰਿਹਾ। ਤੇ ਉਸ ਜਿਹੜੇ ਸਿੱਖਾਂ ਨੂੰ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਉਹ ਕਹਿੰਦੇ ਨਾ ਇੱਥੇ ਖਾਲੀ ਭਾਂਡਾ ਤੁਸੀਂ ਰੱਖ ਦਿਓ,
ਉਹ ਜਿਹੜਾ ਆ ਕੇ ਜਿਹੜਾ ਮਰਜ਼ੀ ਕੋਈ ਪਾ ਦੇਗਾ। ਇੰਜ ਸਾਡੇ ਬੱਚਿਆਂ ਦਾ ਖਾਲੀ ਹੈ ਬਿਲਕੁਲ ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਗੁਰਪੁਰਬ ਤਾਂ ਹੁੰਦਾ ਹਾਂ। ਪਰ ਸਾਡੇ ਗੁਰਦੁਆਰੇ ਵਾਲਿਆਂ ਦਾ ਵੀ ਕਸੂਰ ਹੈ। ਗੁਰਪੁਰਬ ਹੈ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਸਮਝਾਉਣਗੇ ਹੀ ਨਹੀਂ ਕਿ ਅੱਜ ਕਾਹਦਾ ਗੁਰਪੁਰਬ ਕੁਛ ਨਹੀਂ ਹੈ। ਪਤਾ ਅਸੀਂ ਉਹਨਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਤੇ ਗਏ ਸੀਗੇ ਤੇ ਗੁਰਦੁਆਰੇ ਬੈਠੇ ਆ ਤੇ ਉੱਥੇ ਕਿੰਨੇ ਬੱਚੇ ਬੈਠੇ ਸੀ ਤੇ ਮੇਰਾ ਗ੍ਰੈਂਡਸਨ ਮੇਰੇ ਹਸਬੰਡ ਨੂੰ ਕਹਿੰਦਾ ਪਾਪਾ ਵਾਟ ਆਰ ਵੀ ਸੈਲੀਬ੍ਰੇਟਿੰਗ। ਉੱਥੇ ਘੱਟੋ ਘੱਟ 30-40 ਹੋਰ ਬੱਚੇ ਬੈਠੇ ਹੋਏ ਸੀ। ਮੇਰੇ ਹਸਬੰਡ ਉਸ ਵੇਲੇ ਉੱਠੇ, ਸਟੇਜ ਵਾਲੇ ਸੈਕਟਰੀ ਨੂੰ ਕਹਿੰਦੇ ਮੈਂ 5 ਮਿੰਟ ਬੋਲਣਾ ਤੇ ਉਹਨਾਂ ਦੀ ਇੱਜ਼ਤ ਕਰਦੇ 5 ਮਿੰਟ ਬੋਲੇ। ਕਹਿੰਦੇ ਇਹ ਬੱਚੇ ਜਿਹੜੇ ਆਏ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅੱਜ ਗੁਰਪੁਰਬ ਕਾਹਦਾ। ਫਿਰ ਇਹ ਸਾਡੀ ਗਲਤੀ ਹੈ ਨਾ, ਅਸੀਂ ਬੱਚਿਆਂ ਨੂੰ ਸਮਝਾਉਂਦੇ ਹੀ ਨਹੀਂ ਪਏ, ਅਸੀਂ ਆਪਣੀ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਪਏ। ਪਰ ਪ੍ਰਚਾਰ ਜਿਹੜਾ ਨਾ ਰਾਈਟ ਫਰੋਮ ਦਾ ਟੌਪ, ਠੀਕ ਹੈ ਨਾ, ਸਾਡੀ ਵੱਡੀ ਇੰਸਟੀਟਿਊਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਹੈਗਾ ਮੇਨ ਏਮ ਇਹ ਹੈਗਾ ਕਿ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਤੇ ਸਿੱਖੀ ਦਾ ਪ੍ਰਚਾਰ ਕਰਨ। ਉੱਥੇ ਸਿੱਖੀ ਪ੍ਰਚਾਰ ਹੀ ਨਹੀਂ ਹੋ ਰਹੀ, ਉਹਨਾਂ ਨੂੰ ਤੇ ਆਪਣੇ ਪਈ ਹੋਈ ਹੈ, ਆਪਣੀ ਪਾਰਟੀ ਪੋਲਿਟਿਕਸ ਦੀ ਪਈ ਹੋਈ ਦੇਖੋ ਹੈ। ਇਦਾਂ ਦੀ ਲਾਲਚ ਵੈਰੀ ਇੰਡੀਆ ਦੇ ਵਿੱਚ ਸੈਡਲੀ ਹੁਣ ਵੈਰੀ ਸੈਡਲੀ ਲੋਕਲ ਗੁਰਦੁਆਰਿਆਂ ਤੇ ਫਿਰ ਰਿਸਪੌਂਸਿਬਿਲਿਟੀ ਆ ਜਾਂਦੀ। ਲੋਕਲ ਗੁਰਦੁਆਰਾ ਉਹ ਵੀ ਨਹੀਂ ਕਰ ਰਹੇ, ਉੱਥੇ ਵੀ ਉਹੀ ਚੀਜ਼ ਹੈ। ਉਹ ਇੱਥੋਂ ਕਮਜ਼ੋਰੀ ਸਾਡੀ ਹੈ ਨਾ। ਚਲੋ ਇਦਾਂ ਦੀ ਗੱਲਾਂ ਚੱਲਦੀਆਂ ਇੰਡੀਆ 'ਚ, ਅਫਰੀਕਾ ਦੇ ਵਿੱਚ ਬੜੀ ਗਰੀਬੀ ਹੈ, ਇਦਾਂ ਦੇ ਕੰਮ ਬੜੇ ਹੁੰਦੇ ਰਹਿੰਦੇ ਨੇ। ਪਰ ਇੱਕ ਰਿਲੀਜਨ ਨੂੰ ਇਦਾਂ ਕਰਕੇ ਵੀ ਜੀ ਉਹਨਾਂ ਦੇ ਨੀਡਸ ਹੈ, ਟਰਾਈ ਟੂ ਅੰਡਰਸਟੈਂਡ ਉਹਨਾਂ ਦੇ ਨੀਡਸ ਹੈ ਨਾ। ਨਹੀਂ ਸਮਝਾਉਣ ਨਾਲ ਪੰਜੀ ਕੀ ਹੋਏਗਾ? ਪੇਟ ਤੁਹਾਡਾ ਭੁੱਖਾ ਹੈ, ਨੀਡ ਤੁਹਾਡੀ ਗਿਆ, ਤੁਸੀਂ ਕੁਝ ਵੀ ਨਹੀਂ ਕਿੱਥੋਂ ਆ ਗਏ। ਨਹੀਂ ਨਾ, ਫਿਰ ਜਿਸ ਵੇਲੇ ਸਮਝ ਆਏਗੀ ਕੋਈ ਆ ਕੇ ਤੁਹਾਨੂੰ ਆਫਰ ਕਰ ਰਿਹਾ, ਹਾਂਜੀ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਜਿਸ ਵੇਲੇ ਸਮਝ ਆਏਗੀ ਅਸੀਂ ਸ਼ੇਅਰ ਕਰਾਂਗੇ ਨਾ। ਅਸੀਂ ਨਾਮ ਜਪਣਾ ਇਹ ਨਹੀਂ ਕਿ ਚੁੱਪ ਕਰਕੇ ਅੱਖਾਂ ਬੰਦ ਕਰਕੇ ਪਾਠ ਕਰਦੇ ਰਹੋ। ਨਾਮ ਜਪਣਾ ਹੁੰਦਾ ਤਾਂ ਰੀਡ, ਅੰਡਰਸਟੈਂਡ ਐਂਡ ਇੰਪਲੀਮੈਂਟ, ਪ੍ਰੈਕਟਿਸ ਕਰੋ। ਜੋ ਤੁਸੀਂ ਪੜ੍ਹਿਆ, ਜੋ ਸਮਝਿਆ, ਉਹ ਅਸੀਂ ਪ੍ਰੈਕਟਿਸ ਕਰੇ, ਫਿਰ ਉਸ ਘਰ ਦੇ ਵਿੱਚ ਜਿਹੜੀ ਨਾ ਸਿੱਖੀ ਹੋਏਗੀ। ਕੋਈ ਨਹੀਂ ਭੈਣ ਜੀ, ਟਾਈਮ ਬੜੀ ਫਾਸਟ ਰਿਹਾ, ਪਰ ਥੋੜੀ ਬ੍ਰੇਕ ਲਵਾਂਗੇ। ਬਹੁਤ ਇੰਟਰਸਟਿੰਗ ਹੈ ਕਿਉਂਕਿ ਜੋ ਇੰਡੀਆ 'ਚ ਹੋ ਰਿਹਾ, ਸਪੈਸ਼ਲੀ ਪੰਜਾਬ ਦੇ ਵਿੱਚ ਦੁੱਖ ਹੁੰਦਾ ਹੈ ਕਿਉਂਕਿ ਸਾਡੀ ਜੜ ਉਹ ਹੈਗੀ ਆ, ਸਾਡੇ ਗੁਰੂਆਂ ਦੀ ਧਰਤੀ ਉਹ ਹੈਗੀ ਆ। ਅਗਰ ਉੱਥੇ ਇੱਦਾਂ ਦਾ ਕੰਮ ਹੋਣ ਲੱਗਿਆ ਤੇ ਬਾਹਰਲੇ ਮੁਲਕਾਂ 'ਚ ਤਾਂ ਫਿਰ ਕੋਈ ਹਿਸਾਬ ਹੀ ਨਹੀਂ ਹੈਗਾ ਕਿ ਕੁਝ ਵੀ ਹੋ ਸਕਦਾ। ਕਿਉਂਕਿ ਇਹਦੇ ਦੂਜੇ ਰਿਲੀਜਨ ਤੁਸੀਂ ਦੱਸਿਆ 100 ਤੋਂ ਉੱਪਰ ਰਿਲੀਜਨ ਇਕੱਠੇ ਹੁੰਦੇ ਨੇ, ਬੱਚੇ ਮਿਕਸ ਹੁੰਦੇ ਨੇ, ਤਾਂ ਕਿਸੇ ਪਾਸੇ ਵੀ ਲੱਗ ਸਕਦੇ ਨੇ ਉਹਦੇ ਲਾਲਚ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ। ਬੜਾ ਅੱਛਾ ਸ਼ੋਅ, ਬੜਾ ਨਾਈਸ। ਪਲੀਜ਼ ਮੈਂ ਬੇਸ਼ੱਕ ਗੱਲਾਂ ਧਿਆਨ ਨਾਲ ਦੇਖਿਆ ਕਰੋ, ਜ਼ਿਆਦਾ ਬੜੀ ਇੰਟਰਸਟਿੰਗ ਗੱਲਾਂ। ਬੜੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਪੰਜਾਬ 'ਚ ਕੀ ਹੋ ਰਿਹਾ। ਜਿੱਦਾਂ ਭੈਣ ਜੀ ਦੋਨਾਂ ਭੈਣਾਂ ਨੇ ਕਿਹਾ, ਬੜਾ ਇਸ਼ੂ ਹੈ, ਬੜਾ ਵੱਡਾ। ਅਗਰ ਅਸੀਂ ਇਹਨੂੰ ਬਾਹਰ NRI ਨੂੰ ਐਡਰੈਸ ਨਹੀਂ ਕਰਾਂਗੇ ਤੇ ਉਹ ਉੱਥੇ ਪੰਜਾਬ 'ਚ ਕੁਝ ਨਹੀਂ ਹੋਏਗਾ। ਉਹਨਾਂ ਦੀ ਮਦਦ ਕਰੋ ਤਾਂ ਕਿ ਸਾਡੇ ਬੱਚੇ ਸਹੀ ਰਸਤੇ ਜਾਣ। ਅਸੀਂ ਸ਼ੋਅ ਜਾਰੀ ਰੱਖਾਂਗੇ, ਥੋੜ੍ਹੀ ਜਿਹੀ ਬ੍ਰੇਕ ਲੈਂਦੇ। ਪਲੀਜ਼ ਕੀਪ ਵਾਚਿੰਗ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਮੈਂ ਹਮੇਸ਼ਾ ਹਰ ਦਫਾ ਸੈਕਿੰਡ ਪਾਰਟ ਕਰਨਾ ਕਿ ਮੈਂ ਰੀਅਲੀ ਉਮੀਦ ਰੱਖਦਾ ਕਿ ਤੁਸੀਂ ਇੰਜੋਏ ਕਰਦੇ ਹੋ, ਫੀਡਬੈਕ ਦਿਆ ਕਰੋ ਆਪਣਾ। ਦੇਖੋ ਬੜੇ ਜਿਹੜਾ ਅੱਜ ਦਾ ਹਰ ਟੌਪਿਕ ਕੋਸ਼ਿਸ਼ ਹੁੰਦੀ ਕਿ ਇੰਪੋਰਟੈਂਟ ਹੋਵੇ, ਤੁਹਾਡਾ ਭਲਾ ਹੋਵੇ। ਇਹ ਭਲਾ ਕਮਿਊਨਿਟੀ ਦਾ ਭਲਾ ਹੋ ਗਿਆ, ਇੱਕ ਬੰਦੇ ਦਾ ਨਹੀਂ, ਸਾਰੀ ਕਮਿਊਨਿਟੀ ਦਾ। ਇਹ ਇੱਕ ਬੰਦਾ ਨਹੀਂ ਕਰ ਸਕਦਾ, ਸਾਰੇ ਬੰਦਿਆਂ ਨੂੰ ਰਲ ਕੇ ਇਕੱਠੇ ਹੋ ਕੇ ਕਰਨਾ ਪਏਗਾ। ਸਾਡੇ 'ਚ ਯੂਨਿਟੀ ਚਾਹੀਦੀ ਹੈ। ਭਾਈ ਜੀ ਮੈਨੂੰ ਹੁਣ ਆਪਣੀ ਗੱਲਾਂ 'ਤੇ ਥੋੜ੍ਹਾ ਜਿਹਾ ਦਿਮਾਗ ਆ ਰਿਹਾ। ਜਿੱਦਾਂ ਮੈਂ ਕਿਹਾ ਕਿ ਅਸੀਂ ਸਟਰੋਂਗੈਸਟ ਇੱਕ ਹੈ ਨਹੀਂ ਹੈ ਕਮਿਊਨਿਟੀ। ਇਹ ਮੈਂ ਤੁਹਾਨੂੰ ਦੱਸਾਂ ਹੁਣ ਨਾ ਥੋੜ੍ਹੇ ਸਾਲਾਂ ਤੋਂ, ਅਗਰ ਮੈਂ 5 ਸਾਲ ਤੋਂ ਗੱਲ ਕਰਾਂ, ਜਦੋਂ ਥੋੜ੍ਹੀ ਮੁਸੀਬਤਾਂ ਜ਼ਿਆਦਾ ਸ਼ੁਰੂ ਹੋ ਗਈਆਂ, ਲੋਕਡਾਊਨ ਹੋਇਆ, ਕਿਤੇ ਪਾਣੀ ਤੂਫਾਨ ਆ ਗਿਆ, ਕਿਤੇ ਕੁਝ ਹੋਇਆ, ਲੜਾਈ ਲੱਗੀ, ਕਿਤੇ ਟੈਰਰਿਸਟ ਅਟੈਕ ਹੋਇਆ, ਹਰ ਜਗ੍ਹਾ ਦੇ ਵਿੱਚ ਸਿੱਖਾਂ ਨੇ ਅੱਗੇ ਹੋ ਕੇ ਕੰਮ ਕੀਤਾ ਹੈ। ਹਰ ਗੁਰੂ ਘਰ ਨੇ, ਮੈਂ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ, ਅਮਰੀਕਾ, ਸਿੰਗਾਪੁਰ, ਹਰ ਜਗ੍ਹਾ 'ਤੇ ਹੁਣ ਕਿਉਂਕਿ ਮੈਂ ਟੈਲੀਵਿਜ਼ਨ ਕਰਕੇ ਕਨੈਕਸ਼ਨ ਕਰਕੇ ਬੜੀ ਵਾਕਫੀਅਤ ਹੈਗੀ ਆ। ਜਿਹੜੇ ਵਾਈਡਰ ਕਮਿਊਨਿਟੀ ਨਾ, ਉਹਨਾਂ ਦੀ ਮੈਨੂੰ ਫੀਡਬੈਕ ਪਤਾ ਲੱਗਦੀ ਕਿ ਸਿੱਖਾਂ ਬਾਰੇ ਕੀ ਸਮਝਦੇ ਨੇ। ਉਹ ਕਹਿੰਦੇ ਨੇ ਯਾਰ ਇਹ ਪਤਾ ਨਹੀਂ ਕਿਹੜੀ ਜਾਤ ਹੈ, ਇਹਨਾਂ ਨੇ ਰੱਬ ਨੂੰ ਇੰਨੀ ਹਿੰਮਤ ਦਿੱਤੀ ਹੈ ਕਿ ਮੈਂ ਨਾ ਆਈ ਫੀਲ ਪ੍ਰਾਊਡ ਟੂ ਬੀ ਅ ਫਰੈਂਡ ਆਫ ਅ ਸਿੱਖ। ਉਸੇ ਚੀਜ਼ ਨੂੰ ਤੇ ਉਸੇ ਚੀਜ਼ ਨੂੰ ਤੇ ਅਟੈਕ ਕੀਤਾ ਜਾ ਰਿਹਾ। ਤੁਹਾਡੀ ਆਇਡੈਂਟੀਟੀ ਨੂੰ, ਤੁਹਾਡੀ ਇੰਨੀ ਪ੍ਰੇਜ਼ ਹੋ ਰਹੀ ਹੈ, ਤੁਸੀਂ ਇੰਨੇ ਐਸੇ ਚੀਜ਼ ਨੂੰ ਤੁਹਾਡੇ ਘਰ ਹੀ ਚੋਰ ਸੰਨ ਲਗਾਉਣ ਦੀ ਕੋਸ਼ਿਸ਼ ਕਰ ਰਿਹਾ, ਤਾਲੇ ਤੋੜਨ ਦੀ। ਦਿਸ ਇਜ਼ ਦਾ ਟਾਈਮ, ਦਿਸ ਇਜ਼ ਦਾ ਰੀਜ਼ਨ ਵੀ ਆਰ ਬ੍ਰਿੰਗਿੰਗ ਅਵੇਅਰਨੈਸ ਹੈ ਕਿ ਇਹ ਟਾਈਮ ਜੀ ਆਪਣੇ ਘਰਾਂ ਨੂੰ ਪੂਰੀ ਤਰ੍ਹਾਂ ਬੰਦ ਕਰੋ, ਸੰਭਾਲੋ, ਕਿਉਂਕਿ ਤੁਹਾਡੇ ਇੱਥੇ ਚੋਰ ਆ ਜਾਣੇ। ਇਹ ਚੀਜ਼ ਹੈਗੀ। ਹਾਲੇ ਕੁਝ ਵੀ ਨਹੀਂ ਵਿਗੜਿਆ,
ਕੁਝ ਵੀ ਨਹੀਂ ਹੋਇਆ ਜੇ ਅਸੀਂ ਸਾਰੇ ਇਕੱਠੇ ਹੋ ਕੇ ਇਹ ਆਵਾਜ਼ ਅਕਾਲ ਤਖਤ ਸਾਹਿਬ ਤੱਕ ਪਹੁੰਚਾਈਏ ਕਿ ਦੇਖੋ ਕਾਨੂੰਨ ਕੱਢੋ ਨਹੀਂ ਦੇਖੋ ਨਾ, ਇੱਕ ਜਣਾ ਤੁਸੀਂ ਮੈਨੂੰ ਖਾਮੀਆਂ ਦੱਸੋ, ਇੱਕ ਜਣਾ ਮੈਨੂੰ ਸੋਲੂਸ਼ਨ ਦੱਸੋ, which is ਦੋਨੋਂ ਇੰਪੋਰਟੈਂਟ ਹੈ। ਬਿਲਕੁਲ ਸਭ ਤੋਂ ਐਟ ਦ ਮੋਮੈਂਟ ਸੀ ਅਸੀਂ ਬਲੇਮ ਤਾਂ ਕਰੀ ਜਾਣਾ ਤੇ ਅਸੀਂ ਠੀਕ ਹੈ, ਅਸੀਂ ਸ਼੍ਰੋਮਣੀ ਕਮੇਟੀ ਨੂੰ ਬਲੇਮ ਕਰਦੇ ਹਾਂ। ਉਹਨਾਂ ਦਾ ਬਹੁਤ 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 ਵੱਡਾ ਕਸੂਰ ਹੈ। ਉਹਨਾਂ ਨੇ ਸਿੱਖੀ ਖਤਮ ਕਰਤੀ ਹੈ ਪੰਜਾਬ 'ਚ ਰੀਅਲੀ, ਕਿਉਂਕਿ ਉਹਨਾਂ ਨੇ ਟੂ ਮਚ ਆਪਣੀ ਅਟੈਂਸ਼ਨ ਆ ਪੋਲਿਟਿਕਸ ਵਿੱਚ ਲਾਤੀ, ਫੈਮਿਲੀ ਦੇ ਪੋਲਿਟਿਕਸ ਵਿੱਚ। ਇਹ ਨਹੀਂ ਕਿ ਸਿੱਖੀ ਦੇ ਸਿੱਖੀ ਨੂੰ ਵਧਾਉਣ ਵਾਸਤੇ ਨਹੀਂ ਕੁਝ ਕੰਮ ਕੀਤਾ, ਤੇ ਉਹਨਾਂ ਦਾ ਵੀ ਹੈ ਵਿੱਚ ਅਕਾਲ ਤਖਤ ਸਾਹਿਬ ਵਾਲਿਆਂ ਦਾ, ਬਿਕੋਜ਼ ਉਹ ਤਾਂ ਸ਼੍ਰੋਮਣੀ ਕਮੇਟੀ ਦੀ ਪਪੇਟ ਹੈ, ਜੋ ਉਹ ਕਹਿੰਦੇ ਆ ਉਹ ਕਰਦੇ ਰਹੇ। ਵਿੱਚ ਨਾਲ ਸਾਡੇ ਸੰਤ ਬਾਬਿਆਂ ਦਾ ਵੀ ਕਸੂਰ ਹੈ, ਕਿਉਂਕਿ ਉਹਨਾਂ ਨੇ ਵੀ ਉਹੀਓ ਗੱਲਾਂ ਕਹੀਆਂ ਕਿ ਆਓ ਅਸੀਂ ਤੁਹਾਨੂੰ ਹੀਲ ਕਰ ਦਾਂਗੇ, ਅਸੀਂ ਤੁਹਾਡੀ ਅਰਦਾਸ ਕਰਾਂਗੇ ਤੇ ਤੁਹਾਨੂੰ ਬੜਾ ਪ੍ਰੋਫਿਟ ਹੋ ਜਾਏਗਾ ਬਿਜ਼ਨਸ ਵਿੱਚ। ਉਹ ਕਿੱਥੋਂ ਤੁਸੀਂ ਅਰਦਾਸ ਕਰੋਗੇ? ਅਰਦਾਸ ਤਾਂ ਵਾਹਿਗੁਰੂ ਕਰਨੀ ਹੈ ਨਾ, ਵਾਹਿਗੁਰੂ ਕੋਲੋਂ ਹੀ ਕਰਨੀ ਹੈ ਨਾ। ਉਹ ਕਹਿੰਦੇ ਨਾ, ਕਿਸੇ ਗੱਲ ਕਰ ਰਹੇ ਸੀ ਕਿ ਇੱਕ ਕ੍ਰਿਸਚਨ ਮਿਲਿਆ ਤੇ ਉਹ ਕਹਿੰਦਾ ਕਿ ਤੂੰ ਕ੍ਰਿਸਚਨ ਬਣ ਜਾ ਤੇ ਤੈਨੂੰ ਕਹਿੰਦਾ ਫਿਰ ਮੈਨੂੰ ਕੀ ਮਿਲੇਗਾ? ਕਹਿੰਦੇ ਜੀਸਸ ਗॉड ਦਾ ਸਨ ਹੈ ਤੇ ਉਹ ਸਭ ਕੁਝ ਦੇਗਾ। ਤੇ ਕਹਿੰਦਾ ਫਿਰ ਮੈਂ ਗॉड ਦੇ ਸਨ ਕੋਲੋਂ ਜੋ ਮੰਗਣਾ ਮੈਂ ਗॉड ਕੋਲੋਂ ਕਿਉਂ ਨਾ ਮੰਗਾ, ਪਿਓ ਕੋਲੋਂ ਨਾ ਕਿਉਂ ਨਾ ਮੰਗਾ? ਇਹ ਗੱਲ ਸਾਡੇ ਸੰਤਾਂ ਬਾਬਿਆਂ ਨੇ ਵੀ ਕੀਤੀ ਹੋਈ ਹੈ। ਲੋਕੀ ਜਿਹੜੇ ਨਾ ਗਲਤ ਜਗ੍ਹਾ ਜਾ ਕੇ ਹਾਂਜੀ ਮੱਥੇ ਟੇਕਦੇ ਨੇ, ਗਲਤ ਕੰਮ ਕਰਦੇ ਨੇ, ਉਹ ਸੰਤ ਬਾਬੇ ਵੀ ਸਿੱਖੀ ਨਹੀਂ ਸਿਖਾਉਂਦੇ, ਸਿੱਖੀ ਤੋਂ ਉਲਟ ਗੱਲਾਂ ਸਿਖਾਉਂਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਕ੍ਰਿਸਚਨਸ ਹੈ, ਕ੍ਰਿਸਚੈਨਿਟੀ ਉਹ ਫੇਥ ਹੀਲਿੰਗ ਬਣਾ ਦਿੱਤੀ ਹੋਈ ਹੈ ਕਿ ਤੁਸੀਂ ਇਹ ਕਰ ਲਓ ਤੇ ਇਹ ਕਰ ਲਓ, ਇਹ ਕਰ ਲਓ। ਨਾ ਇੰਡੀਆ ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਵਿੱਚ ਦਾ ਲਾਅ ਹੈਗਾ ਕਿ ਫਰੀडम ਆਫ ਫੇਥ, ਓਕੇ, ਕਿ ਜਿਹੜਾ ਵੀ ਇੰਜ ਧੋਖੇਬਾਜ਼ੀ ਨਾਲ ਗਲਤ ਕੰਮ ਕਰਦਾ, ਝੂਠ ਨਾਲ ਕੰਮ ਕਰਦਾ, ਉਹ ਬੰਦ ਕਰਨਾ ਚਾਹੀਦਾ। ਪਰ ਜਿਹੜਾ ਸੈਂਟਰਲ ਗਵਰਨਮੈਂਟ ਹੈ ਨਾ, ਉਹ ਲੋਕ ਸਟੇਟਸ ਵਿੱਚ ਨਹੀਂ ਪਾਸ ਕਰ ਸਕਦੀ, ਸਟੇਟਸ ਨੇ ਆਪੇ ਪਾਸ ਕਰਨਾ ਹੁੰਦਾ। ਹੁਣ ਉੱਥੇ ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਹਰਿਆਣਾ ਦੇ ਵਿੱਚ, ਈਵਨ ਪੰਜਾਬ ਦੇ ਨਾਲ ਹਰਿਆਣਾ, ਕੇਰਲਾ ਦੇ ਵਿੱਚ, ਉੜੀਸਾ ਦੇ ਵਿੱਚ, ਉਹ ਜਗ੍ਹਾ ਇਹਨਾਂ ਨੇ ਆਪਣੇ ਲਾਅ ਪਾਸ ਕਰ ਲਏ ਹੋਏ ਨੇ ਫਰੀडम ਆਫ ਰਿਲੀਜਨ। ਉਹ ਲਾਅ ਪਾਸ ਕਰਨ ਦੇ ਨਾਲ ਹੁਣ ਉਹ ਜਾ ਕੇ ਜਿਸ ਤਰ੍ਹਾਂ ਝੂਠ ਬੋਲ ਕੇ ਅਨਐਥਿਕਲ ਗੱਲਾਂ ਕਰਕੇ ਉਹਨਾਂ ਨੂੰ ਨਹੀਂ ਕਨਵਰਟ ਕਰ ਸਕਦੇ। ਜੇ ਉਹ ਕਰਨਗੇ ਝੂਠ ਬੋਲ ਕੇ ਤੇ ਉਹਨਾਂ ਨੂੰ ਉਹ ਕੋਰਟ ਵਿੱਚ ਲਿਜਾ ਸਕਦੇ ਨੇ। ਇਹ ਅਸੀਂ ਕਹਿੰਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਇਹ ਫਰੀडम ਆਫ ਰਿਲੀਜਨ ਐਕਟ ਜਿਹੜਾ ਨਾ ਪੰਜਾਬ ਵਿੱਚ ਵੀ ਪਾਸ ਕੀਤਾ ਜਾ ਸਕੇ, ਤਾਂ ਕਿ ਜਿਹੜੇ ਗਲਤ ਗੱਲਾਂ ਕਰਕੇ ਉਹਨਾਂ ਨੂੰ ਝੂਠ ਬੋਲ ਕੇ ਉਹਨਾਂ ਨੂੰ ਧੋਖਾ ਦੇ ਕੇ ਤੇ ਉਸ ਤਰ੍ਹਾਂ ਉਹ ਬਣਾਉਂਦੇ ਨੇ, ਸਿੱਖ ਬਣਾਉਂਦੇ ਨੇ, ਸਿੱਖ ਆਈਡੈਂਟੀਟੀ ਖਤਮ ਕਰਦੇ ਪਏ ਨੇ, ਉੱਥੇ ਜਿਹੜਾ ਨਾ ਲਾਅ ਪਾਸ ਹੋਣਾ ਚਾਹੀਦਾ। ਇਹ ਹੁਣ ਖਾਸ ਕਰਕੇ ਜਿਸ ਵੇਲੇ ਦੂਜੀਆਂ ਸਟੇਟਸ ਵਿੱਚ ਪਾਸ ਹੋ ਗਿਆ, ਇਸੇ ਕਰਕੇ ਪਿਛਲੇ 5-6 ਸਾਲਾਂ ਤੋਂ ਜ਼ਿਆਦਾ ਹੀ ਪੰਜਾਬ 'ਚ ਹੋ ਗਿਆ ਕਿ ਉਹ ਸਾਰੇ ਪਾਸਟਰ ਪੰਜਾਬ 'ਚ ਆ ਬੜੇ ਨੇ, ਕਿਉਂਕਿ ਪੰਜਾਬ 'ਚ ਉਹਨਾਂ ਨੂੰ ਖੁੱਲ੍ਹੀ ਛੁੱਟ ਹੈ, ਜੋ ਮਰਜ਼ੀ ਜਿਹਨੂੰ ਮਰਜ਼ੀ ਧੋਖਾ ਦੇਣ, ਜਿਹਨੂੰ ਮਰਜ਼ੀ ਦੇ ਉਹ ਜਿਹਨੂੰ ਜੋ ਉਹ ਪੁੱਛਦੇ ਨਾ, ਉਹ ਕਹਿੰਦੇ ਕਿ ਮੈਨੂੰ ਕੈਂਸਰ ਸੀ, ਉਹਨੂੰ ਇੱਕ ਜਨਾਨੀ ਤੋਂ ਉਹਦਾ ਠੀਕ ਹੋ ਗਿਆ। ਜਿਸ ਵੇਲੇ ਉਹ ਪੁੱਛਦੇ ਨਾ ਕਿਹੜੀ ਜਨਾਨੀ ਨੂੰ, ਕਿਹਨੂੰ, ਉਸ ਵੇਲੇ ਨਹੀਂ ਕੋਈ ਪਤਾ ਦੱਸਦਾ, ਝੂਠ ਗੱਲ ਕਰ ਦਿੰਦੇ ਆ, ਇਸ ਤਰ੍ਹਾਂ ਝੂਠੀਆਂ ਗੱਲਾਂ ਕਰਕੇ। ਖਾਸ ਕਰਕੇ 3 ਪਾਸਟਰਸ ਆ ਜਿਨ੍ਹਾਂ ਨੇ ਬੜੀ ਵੱਡੀਆਂ ਹਰ ਵੀਕਐਂਡ ਦੇ ਵਿੱਚ ਨਾ ਕਾਨਫਰੰਸਿਸ ਕਰਦੇ ਆ ਤੇ ਸਭ ਝੂਠ ਦੱਸਦੇ ਆ। ਹੁਣ ਸਾਡਾ ਫਰਜ਼ ਹੈ ਕਿ ਝੂਠ ਦਾ ਤੇ ਮੁਕਾਬਲਾ ਕਰਨਾ। ਦੇਖੋ ਜੇ ਹੁਣ ਸ਼੍ਰੋਮਣੀ ਕਮੇਟੀ ਨਹੀਂ ਕੁਝ ਕਰਦੀ ਪਈ ਤੇ ਉੱਥੇ ਜਿਹੜਾ ਵੀ ਪਰਿਵਾਰ ਹੈ, ਜਿਹੜੇ ਵੀ ਹੈ, ਸਿਰਫ ਸਿੱਖੀ ਉਹਨਾਂ ਦੀ ਨਹੀਂ ਹੈ, ਸਿੱਖੀ ਤੁਹਾਡੀ ਵੀ ਹੈ, ਸਿੱਖੀ ਮੇਰੀ ਵੀ ਹੈ। ਮੈਂ ਗਲੋਬਲ ਸਿੱਖ ਕਾਉਂਸਲ ਦੀ ਪ੍ਰੈਜ਼ੀਡੈਂਟ ਹਾਂ। ਮੇਰੇ ਕੋਲ ਇਸ ਵੇਲੇ 32 ਮੁਲਕ ਹੈ। 32 ਮੁਲਕਾਂ ਦੇ ਵਿੱਚ ਇੰਡੀਵਿਜੂਅਲ ਨਹੀਂ ਮੈਂ ਗੱਲ ਕਰਦੀ ਪਈ, ਜਿਹੜੀਆਂ ਨੈਸ਼ਨਲ ਲੈਵਲ ਤੇ ਆਰਗੇਨਾਈਜੇਸ਼ਨਸ ਆ। ਦੇਖੋ ਹੁਣ ਮਲੇਸ਼ੀਆ ਦੇ ਵਿੱਚ ਹੈਗੇ ਨੇ ਆਪਣੇ ਸਰਦਾਰ ਵਕੀਲ ਨੇ, ਉਹਨਾਂ ਕੋਲ 130 ਗੁਰਦੁਆਰੇ ਨੇ, 130 ਗੁਰਦੁਆਰੇ ਸਾਰੇ ਇਕੱਠੇ ਨੇ ਤੇ ਉਹਨਾਂ ਦੇ 130 ਗੁਰਦੁਆਰਿਆਂ ਦੇ ਕਿੰਨੇ 200,000 ਸਿੱਖ ਨੇ ਤੇ ਉਹ ਸਾਰੇ ਬਣ ਸਕਦੇ ਨੇ। ਉਹ ਅਸੀਂ ਸਿਰਫ ਰਿਪਰੈਜ਼ੈਂਟੇਟਿਵ ਆਰਗੇਨਾਈਜੇਸ਼ਨ ਦੇ ਲਈ। ਹੁਣ ਇੰਡੀਆ ਦੇ ਵਿੱਚ ਪੰਜਾਬ ਤੋਂ ਬਾਹਰ ਜਾਓ ਤੇ ਉੱਥੇ ਯੂਨਾਈਟਿਡ ਸਿੰਘ ਸਭਾ, ਉਹਨਾਂ ਦੇ ਵੀ ਆਰਗੇਨਾਈਜੇਸ਼ਨਸ ਹੈਗੀਆਂ। ਅਸੀਂ ਉਹਨਾਂ ਸਾਰਿਆਂ ਨੂੰ ਕਹਿੰਦੇ ਦੱਸਦੇ ਪਏ ਹਾਂ ਕਿ ਇਹ ਜਿਹੜੀਆਂ ਗਲਤ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਤਾ ਨਹੀਂ ਤੁਹਾਨੂੰ ਯਾਦ ਹੋਏਗਾ, ਮੈਨੂੰ ਤਾਂ ਯਾਦ ਹੈ ਕਿ ਇੱਥੇ ਜਦੋਂ ਅਸੀਂ ਰਹਿੰਦੇ ਸੀ ਨਾ ਤੇ ਥਾਂ ਤੇ ਲਿਖਿਆ ਹੁੰਦਾ ਸੀ no dogs and blacks allowed। ਬਿਲਕੁਲ ਯਾਦ ਹੈ। ਮੇਰੇ ਹਸਬੰਡ ਕਿਉਂਕਿ 3 ਮਹੀਨਿਆਂ ਦੇ ਇੱਥੇ ਉਹ ਜੰਮੇ ਪਲੇ ਇੱਥੇ ਸਮਝ ਲੈ ਨਾ, ਤੇ ਉਹ ਕਹਿੰਦੇ ਸੀ ਹੌਲੀਡੇ ਤੇ ਨਹੀਂ ਜਾ ਸਕਦੇ ਸੀ ਕਿ ਸਾਨੂੰ ਕੋਈ ਜਗ੍ਹਾ ਨਹੀਂ ਰੈਂਟ ਤੇ ਮਿਲਦੀ ਸੀ। ਫਿਰ ਜਿਸ ਰੇਸ ਰਿਲੇਸ਼ਨਸ ਐਕਟ ਬਣਿਆ ਤੇ ਉਹ ਬਣਨ ਦੇ ਨਾਲ ਉਹਨਾਂ ਨੂੰ ਸਭ ਕੁਝ ਚੁੱਕਣਾ ਪੈ ਗਿਆ।
ਉਹ ਫਿਰ ਜਿਸ ਵੇਲੇ ਕੋਈ ਬੰਦਾ ਜਾਂਦਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਜਗ੍ਹਾ ਚਾਹੀਦੀ ਹੈ, ਉਹ ਨਾ ਨਹੀਂ ਕਰ ਸਕਦੇ ਸੀ ਕਿ ਜੇ ਉਹਨਾਂ ਕੋਲ ਵੇਕੈਂਸੀ ਹੈ ਸੀ ਉਹਨਾਂ ਨੂੰ ਦੇਣੀ ਪੈਂਦੀ ਸੀ। ਰੈਸਟੋਰੈਂਟ ਵਾਲੇ ਇਹ ਨਹੀਂ ਸੀ ਕਹਿ ਸਕਦੇ ਤੁਸੀਂ ਆ ਨਹੀਂ ਸਕਦੇ, ਪੁੱਛ ਵੀ ਨਹੀਂ ਕਲੱਬ ਸਕਦੇ, ਵਾਲੇ ਇਹ ਨਹੀਂ ਸੀ ਪੁੱਛ ਵੀ ਕਹਿ ਨਹੀਂ ਸਕਦੇ ਸਕਦੇ, ਤੁਸੀਂ what ਜੁਆਇਨ ਨਹੀਂ color, ਕਰ ਸਕਦੇ, ਕਿਉਂਕਿ ਉੱਥੇ ਐਕਟ ਸੀਗਾ। ਠੀਕ ਹੈ ਨਾ, ਐਕਟ ਕਈ ਹੁਣ ਕਹਿੰਦੇ ਨੇ ਐਕਟ ਨਾਲ ਕੀ ਬਣ ਜਾਏਗਾ, ਐਕਟ ਦਾ ਕਾਫੀ ਫਰਕ ਪੈਂਦਾ। ਐਕਟ ਦੇ ਨਾਲ ਉਹ ਜਿਹੜੀ ਡਰਾਵਾ ਹੁੰਦਾ ਨਾ, ਡਰਾਵਾ ਵੀ ਬੜਾ, ਕਿਉਂਕਿ ਹੁਣ ਜੇ ਮੈਂ ਐਡਵਰਟਾਈਜ਼ ਕਰਦੀ ਵੀ ਹਾਂ ਕਿ ਮੇਰੇ ਇੱਥੇ ਵੇਕੈਂਸੀ ਹੈ, ਮੇਰੇ ਕੋਲ ਗੈਸਟ ਹਾਊਸ ਹੈ ਜਾਂ ਮੇਰੇ ਕੋਲ ਹੋਟਲ ਹੈ, ਮੇਰੇ ਕੋਲ ਰੈਸਟੋਰੈਂਟ ਹੈ, ਤੇ ਮੈਂ ਐਡਵਰਟਾਈਜ਼ ਕਰਦੀ ਵੀ ਹਾਂ, ਤੇ ਜੇ ਤੁਸੀਂ ਆਉਂਦੇ ਹੋ ਤੇ ਮੈਂ ਕਹਿੰਦੀ ਨਹੀਂ ਜਗ੍ਹਾ ਨਹੀਂ ਹੈਗੀ। ਸਾਡੇ ਨਾਲ ਇੰਜ ਹੋਇਆ, ਅਸੀਂ ਗਏ ਫਰਾਂਸ ਗਏ ਤੇ ਅਸੀਂ ਜਾ ਰਹੇ ਸੀਗੇ ਕੈਂਪਿੰਗ, ਤੇ ਉਹ ਮੈਂ ਤੇ ਮੇਰੀ ਫਰੈਂਡ ਸੀਗੀ, ਅਸੀਂ 2 ਫੈਮਿਲੀ ਸੀ, ਅਸੀਂ ਦੋਨੋਂ ਗਈਆਂ, ਸਾਨੂੰ ਉਹਨਾਂ ਜਗ੍ਹਾ ਦੇ ਦਿੱਤੀ। ਉਹਨਾਂ ਨੇ ਸਾਡੇ ਹਸਬੈਂਡ ਸਰਦਾਰ ਦੇਖੇ ਤੇ ਕਹਿੰਦੇ ਨਹੀਂ ਕੋਈ ਜਗ੍ਹਾ ਨਹੀਂ, ਸਾਡੇ ਕੋਲ ਕੋਈ ਜਗ੍ਹਾ ਨਹੀਂ, ਤੂੰ ਚਲੇ ਜਾਓ। ਸਾਹਮਣੇ ਪ੍ਰੈਜੁਡਿਸ, ਸਾਹਮਣੇ ਅਸੀਂ ਬਹੁਤ ਇੰਪਰੂਵਮੈਂਟ ਕੀਤੀ ਹੈ ਵੈਸਟਰਨ ਕੰਟਰੀ ਦੇ ਵਿੱਚ। ਇੱਥੇ ਹੁਣ ਬੜਾ ਫਰਕ ਪਿਆ ਰੇਸ ਰਿਲੇਸ਼ਨਸ ਐਕਟ ਦੇ ਨਾਲ। ਟੈਲੈਂਟ ਆਉਂਦੇ ਆ, ਏਜੰਸੀ ਦੇ ਥਰੂ ਆਉਂਦੇ ਆ, ਤੇ ਉਹਨਾਂ ਨੂੰ ਅਸੀਂ ਨਹੀਂ ਪੁੱਛ ਸਕਦੇ ਕਲਰ ਕੀ ਹੈ ਕਿਉਂਕਿ ਇਹ ਤੇ ਪੁੱਛਣਾ ਹੀ ਗੁਨਾਹ ਹੈ। ਉੱਥੋਂ ਹੀ ਉਹ ਫਿਰ ਸਾਰਾ ਕੁਝ ਏਜੰਸੀ ਕਰ ਦਿੰਦੀ ਹੈ, ਫਿਰ ਅਸੀਂ ਦੇਖਦੇ ਹਾਂ ਕੱਲ ਹੈ ਕਿ ਇੰਨਾ ਡਰ ਕੇ ਕਰਦੇ ਆ ਕਿ ਵੀ ਕਾਂਟ ਡੂ ਇਟ। ਪਰ ਜੀ ਗੱਲ ਸੁਣੋ, ਮੈਂ ਤੁਹਾਨੂੰ ਗੱਲ ਕਰਦਾ, ਤੁਹਾਡੇ ਕੋਲ ਜਵਾਬ ਪੁੱਛਾਂਗਾ। ਚੈਰਿਟੀ ਬਿਗਿਨਸ ਐਟ ਹੋਮ ਕਹਿੰਦੇ ਨਾ, ਹਮੇਸ਼ਾ ਕਹਿੰਦੇ ਨਾ। ਹੁਣ ਅਸੀਂ ਸਕੂਲਾਂ ਦੇ ਵਿੱਚ ਰਿਲੀਜਨ ਪੀਰੀਅਡ ਜੇ ਹੋਏਗਾ ਤੇ ਕ੍ਰਿਸਚੀਅਨਿਟੀ ਦੇ ਉੱਪਰ ਹੋਏਗਾ ਸਕੂਲਾਂ ਦੇ ਵਿੱਚ। ਆਪਾਂ ਅਗਰ ਕਿਸੇ ਹੋਰ ਨੂੰ, ਗੁਰੂ ਘਰ ਨੂੰ ਜਾਂ ਗ੍ਰੰਥੀਆਂ ਨੂੰ ਜਾਂ ਉਹਨੂੰ ਬਲੇਮ ਕਰਨ ਨਾਲੋਂ ਅਸੀਂ ਪਹਿਲਾਂ ਬੱਚਿਆਂ ਦਾ ਫਾਊਂਡੇਸ਼ਨ ਘਰੋਂ ਕਿਉਂ ਨਹੀਂ ਸਟਰੋਂਗ ਕਰਦੇ? ਅਸੀਂ ਥੋੜਾ ਬਹੁਤਾ ਗੁਰੂ ਦੀ ਸਟੋਰੀ ਤਾਂ ਦੱਸ ਸਕਦੇ ਹਾਂ ਨਾ। ਬਿਲਕੁਲ, ਸਾਡੀਆਂ ਨਾਨੀਆਂ ਦਾਦੀਆਂ ਕਰਦੀਆਂ ਸੀ, ਹਾਲ ਤੱਕ ਸਾਨੂੰ ਯਾਦ ਹੈ ਉਹ ਸਾਖੀਆਂ, ਉਹੀ ਸਾਡੇ ਨਾਲ ਚੱਲਦੀਆਂ, ਉੱਥੋਂ ਹੀ ਅਸੀਂ ਸੇਧ ਲੈਂਦੇ ਰਹੇ। ਤੇ ਇਹ ਇੱਕ ਸੋਲੂਸ਼ਨ ਹੈਗਾ ਕਿ ਚਲੋ ਹੁਣ ਅੱਜ ਕੱਲ੍ਹ ਮਾਵਾਂ ਬਿਜ਼ੀ ਹੈ, ਉਹ ਮਾਹੌਲ ਨਹੀਂ ਹੈਗੇ, ਬੱਚੇ ਬੈਠ ਕੇ ਖਾਮੀਆਂ ਸਾਡੇ ਚ ਮੈਂ ਇਹੀ ਗੱਲ ਕਰ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਨੇ ਸਾਡੀ ਖਤਮ ਕਰਤੀ, ਅਸੀਂ ਉਹਨੂੰ ਬਲੇਮ ਕਰਦੇ ਹਾਂ, ਉਹ ਖਤਮ ਕਰਤੀ ਹੈ। ਹੁਣ ਸਾਨੂੰ ਉੱਠਣਾ ਪਏਗਾ। ਸਾਡਾ ਉਹ ਸਿੱਖੀ ਉਹਨਾਂ ਦੀ ਸਿਰਫ ਹੀ ਨਹੀਂ ਹੈ, ਸਿੱਖੀ ਸਾਡੀ ਵੀ ਹੈ। ਜਹਾਂ ਖਾਲਸਾ ਜੀ ਸਾਹਿਬ ਸਾਰੇ ਵਰਲਡ ਦੇ ਵਿੱਚ, ਮੈਂ ਗੱਲ ਕਰ ਰਹੀ ਸੀ, ਜਿੱਥੇ ਵੀ ਸਿੱਖ ਬੈਠੇ ਆ, ਉਹਨਾਂ ਦੀ ਡਿਊਟੀ ਹੈ ਹੁਣ ਕਿ ਖੜੇ ਹੋ ਕੇ ਆਪਣੇ ਗੁਰੂ ਦੀ ਸਿੱਖਿਆ ਜਿਹੜੀ ਹੈ ਉਹ ਸਾਰੇ ਅੱਗੋਂ ਪਾਸ ਕਰੋ, ਅੱਗੋਂ ਬੱਚਿਆਂ ਨੂੰ ਵੀ ਦੱਸੋ, ਤੇ ਜਿਹੜਾ ਜਿਹਨੂੰ ਨਹੀਂ ਆਉਂਦਾ ਉਹ ਦੂਜੇ ਕੋਲੋਂ ਸਿੱਖੇ। ਇਹ ਗੁਰਦੁਆਰਿਆਂ ਦਾ ਫਰਜ਼ ਹੈ ਕਿ ਸਿੱਖੀ ਸਿਖਾਉਣ, ਸਿੱਖ ਹਿਸਟਰੀ ਸਿਖਾਉਣ। ਕਿਉਂਕਿ ਥੋੜੇ ਦਿਨ ਹੋਏ ਮੈਂ ਦੇਖਿਆ, ਉਹ ਕੋਈ ਗੁਰਪੁਰਬ ਸੀ ਤੇ ਇੱਕ ਬੰਦਾ ਖੜਾ ਸੀਗਾ ਤੇ ਉਹ ਪੁੱਛਦਾ ਸੀ ਅੱਜ ਦੱਸੋ ਜੀ ਕਾਹਦਾ ਗੁਰਪੁਰਬ ਹੈ। ਉਹਨੇ 10 ਬੰਦਿਆਂ ਨੂੰ ਇੰਟਰਵਿਊ ਕੀਤਾ, ਸਵਾਏ ਇੱਕ ਕੁੜੀ ਛੋਟੀ ਨੂੰ, ਕਿਸੇ ਨੂੰ ਨਹੀਂ ਸੀ ਪਤਾ ਗੁਰਪੁਰਬ ਕੀ ਹੈ। ਮੈਂ ਤੁਹਾਨੂੰ ਦੱਸਦੀ, ਮੈਨੂੰ ਬੱਚੇ ਮਿਲੇ ਤੇ ਕਹਿੰਦੇ ਜੀ ਅਸੀਂ ਉੱਥੇ ਜਾਂਦੇ ਹਾਂ ਜਿਸ ਵੇਲੇ ਹੁੰਦਾ ਨਾ ਕਿ ਉਹਨੂੰ ਕਹਿੰਦੇ ਨਗਰ ਕੀਰਤਨ, ਹਾਂ ਅਸੀਂ ਇਹ ਬੜੀਆਂ ਦੱਸਣ। ਤੇ ਮੈਂ ਕਿਹਾ ਨਗਰ ਕੀਰਤਨ ਕਿਉਂ ਹੁੰਦਾ, ਕੀ ਹੈ ਮਤਲਬ ਨਗਰ ਕੀਰਤਨ ਦਾ? ਨਨ ਆਫ ਦੈਮ ਕੁਡ ਟੈਲ ਮੀ। ਮੈਂ ਕਿਉਂਕਿ ਸਾਡੇ ਕੋਲ ਸਿੱਖ ਸਕੂਲਸ ਆ, ਮੈਂ ਸਿੱਖ ਸਕੂਲਾਂ ਦੀ ਗੱਲ ਕਰਦੀ ਪਈ, ਸਿੱਖ ਸਕੂਲਸ ਆ, ਮੈਂ ਉੱਥੇ ਇੰਸਪੈਕਟ ਕਰਦੀ ਹਾਂ। ਜਿਸ ਵੇਲੇ ਬੱਚਿਆਂ ਨੂੰ ਪੁੱਛਿਆ, ਨਨ ਆਫ ਦੈਮ ਕੁਡ ਟੈਲ ਮੀ ਵਾਟ ਇਜ਼ ਨਗਰ ਕੀਰਤਨ, ਵਾਈ ਵੀ ਡੂ ਇਟ, ਵਾਟਸ ਦ ਪੁਆਇੰਟ ਐਂਡ ਵਾਟ ਵਾਸ ਦ ਗੁਰਪੁਰਬ ਦਾ। I'll put it down to the upbringing of the child. ਬੜਾ ਵੱਡਾ ਪਾਰਟ ਪਲੇ ਕਰ ਸਕਦੇ ਹੋ ਤੁਸੀਂ। ਦੇਖੋ ਅਗਰ ਤੁਸੀਂ ਨਾ ਬੱਚੇ ਨੂੰ, ਜਦੋਂ ਮੈਂ ਜੇ ਗੱਲ ਕਰਾਂ, ਮੇਰੇ ਬਚਪਨ ਤੋਂ ਕਾਰਾਂ ਦਾ ਬੜਾ ਸ਼ੌਂਕ ਸੀਗਾ, ਬਹੁਤ ਜਾਸਤੀ। ਉਹ ਮੇਰੇ ਜਿਹੜੇ ਬੇਟੇ ਹੋਏ ਮੈਂ ਉਹਨਾਂ 'ਚ ਪਾ ਦਿੱਤਾ, ਕੈਰੀ ਫੋਰਵਰਡ ਹੋ ਗਿਆ, ਸਮਝ ਗਏ ਨਾ। ਇਹ ਜਿਹੜਾ ਰਿਲੀਜਨ ਦਾ ਹੁੰਦਾ, ਇਹ ਵੀ ਤੁਸੀਂ ਸੇਮ ਚੀਜ਼ ਕਰ ਸਕਦੇ ਹੋ। ਤੁਸੀਂ ਉਹਨਾਂ ਦੇ ਵਿੱਚ ਪਿਆਰ ਪਾਓ, ਮੁਹੱਬਤ ਪਾਓ, ਉਹਨਾਂ 'ਚ ਟਰਸਟ ਤੇ ਫੇਥ ਪਾਓ ਕਿ ਸਾਡੀ ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਆ, ਔਰ ਹੈਗੀ ਤਾਕਤ। ਬਿਲਕੁਲ ਅਗਰ ਤੁਸੀਂ ਮੰਗ ਕੇ ਕਰਦੇ ਹੋ ਨਾ, ਇਹ ਜੇ ਭੈਜੀ ਇੱਕ ਦੋ ਦਫਾ ਅਸੀਂ ਰੱਬ ਕੋਲੋਂ ਲੰਗਾ ਚੀਜ਼ਾਂ ਮੰਗਦੇ ਆ, ਰੱਬ ਨੇ ਉਦੋਂ ਦੇਣੀ ਹੈ ਜਦੋਂ ਉਹਨੂੰ ਪਤਾ ਕਿ ਕਿਹੜਾ ਸਹੀ ਟਾਈਮ ਹੁੰਦਾ ਉਹਦੇ ਲਈ। ਇਹਦਾ ਮਤਲਬ ਥੋੜਾ ਕਿ ਤੁਸੀਂ ਮੰਗੀ, ਜੇ ਤੁਸੀਂ ਮੰਗੀ ਤਾਂ ਤੁਹਾਨੂੰ ਦੇ ਦੇਵੇ, ਫਿਰ ਤੁਸੀਂ ਰਿਲੀਜਨ 'ਚ ਬਿਲੀਵ ਕਰਨ ਲੱਗ ਜਾਓ। ਨਹੀਂ ਬਾਕੀ ਨਾ ਸੌਰੀ, ਰਿਲੀਜਨ 'ਚ ਤਾਂ ਬਿਲੀਵ ਕਰਨਾ ਤੇ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਤੇ ਆਪ ਵੀ ਸਮਝਣਾ, ਪਰ ਇਹਦੇ ਵਿੱਚ ਕਈ ਵਾਰੀ ਆਪਣੇ ਬੱਚੇ ਆਪਣੇ ਮਾਂ-ਬਾਪ ਕੋਲ ਨਹੀਂ ਸਮਝਦੇ। ਗੁਰਦੁਆਰਿਆਂ ਦਾ ਵੀ ਬੜਾ ਹੱਥ ਹੈ, ਸਕੂਲਾਂ ਦਾ ਵੀ ਬੜਾ ਹੱਥ ਹੈ। ਐਂਡ ਜਿਹੜਾ ਮੈਨੇਜਮੈਂਟ ਹੁੰਦੀ, ਜਿਹੜੀ ਸਾਡੀ ਸਭ ਤੋਂ ਵੱਡੀ ਅਸੀਂ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉੱਥੋਂ ਅਕਾਲ ਤਖਤ ਤੋਂ ਹੁਕਮਨਾਮੇ ਆਉਂਦੇ ਆ, ਉਹਨਾਂ ਨੂੰ ਨਹੀਂ ਜੀ ਕੁਝ ਪਤਾ ਹੈਗਾ। ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਤੇ ਕਹਿੰਦੇ ਨਹੀਂ ਭੈਣ ਜੀ ਐਵੇਂ ਗੱਲਾਂ ਕਰਦੇ ਭੈਣ ਜੀ ਪਹਿਲਾਂ ਸੁਣੋ ਮੇਰੀ ਗੱਲ, ਉਹ ਕਹਿੰਦੇ ਹੁੰਦੇ ਨਾ ਤੁਸੀਂ ਉਹਨੂੰ ਖੂਹ ਨੂੰ ਬੱਕਰੀ ਤੱਕ ਨਹੀਂ ਲੈ ਕੇ ਆ ਸਕਦੇ, ਉਹਨੂੰ ਖੂਹ ਤੱਕ ਲੈ ਕੇ ਜਾਣਾ ਪੈਂਦਾ ਪਾਣੀ ਪੀਏਗੀ। ਹੁਣ ਤੁਸੀਂ ਬੱਚੇ ਨੂੰ ਅਟਰੈਕਸ਼ਨ ਪਾਣੀ ਕਿ ਗੁਰਦੁਆਰੇ ਕਿਉਂ ਜਾਣਾ, ਹਾਰਡ ਵਰਕ ਹੁੰਦਾ, ਦੱਸਣਾ ਪਏਗਾ ਖਾਤੇ ਕੀ ਹੈ,
ਮੈਜੋਰਿਟੀ ਪਲੀਜ਼ ਟੈਲ ਮੀ ਇਫ ਆਈ ਰੋਂਗ, ਜਦੋਂ ਤੁਸੀਂ ਤਿਆਰ ਹੁੰਦੇ ਮੈਂ ਗੁਰੂ ਘਰ ਜਾਣਾ, ਛੋਟੇ ਬੱਚਿਆਂ ਨੂੰ ਪੁੱਛਦੇ ਚਲੋ ਵੀ, ਉਹ ਕਹਿੰਦੇ ਨਹੀਂ ਮਮ ਮੈਂ ਨਹੀਂ ਜਾਣਾ, ਤੁਸੀਂ ਜਾਓ, ਮੈਂ ਘਰ ਉਹ ਲੈਪਟਾਪ ਤੇ ਬੈਠ ਕੇ ਆਪਣਾ ਫੋਨ ਤੇ ਬੈਠ ਕੇ। ਦੇਖੋ ਵੀਰ ਜੀ, ਦੂਜੇ ਰਿਲੀਜਨ ਵਿੱਚ ਮੈਨੂੰ ਜਿਹੜਾ ਥੋੜਾ ਬਹੁਤ ਪਤਾ ਹੈ, ਕ੍ਰਿਸਚੀਅਨਿਟੀ ਜਾਂ ਮੁਸਲਮਾਨਾਂ ਵਿੱਚ ਉਹ ਬੈਠਾ ਹੁੰਦਾ ਭਾਈ ਪ੍ਰੀਸਟ ਜਿਹੜਾ ਬੈਠਾ ਹੁੰਦਾ ਵਿੰਡੋ ਤੋਂ ਵਿੰਡੋ, ਸ਼ਕਲ ਵੀ ਨਹੀਂ ਦੇਖਦੇ, ਤੁਸੀਂ ਪਰਸਨਲ ਪ੍ਰੋਬਲਮ ਦੱਸਦੇ ਕਿ ਮੇਰੇ ਦਿਲ ਵਿੱਚ ਇਹ ਚੱਲ ਰਿਹਾ, ਮੈਨੂੰ ਇਹ ਪ੍ਰੋਬਲਮ ਹੈ, ਕੀ ਸੋਲੂਸ਼ਨ ਸਾਡੇ ਧਰਮ ਦੇ ਕਨਫੈਸ਼ਨ ਹੁੰਦੀ ਹੈ। ਹਾਂਜੀ, ਸਾਡੇ 'ਚ ਹੈਗਾ ਕੋਈ? ਹੁਣ ਸਾਡੇ ਬੱਚਿਆਂ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ, ਮਾਂ ਪਿਓ ਨਾਲ ਉਹ ਨਹੀਂ ਗੱਲ ਕਰ ਸਕ ਰਹੇ, ਭੈਣਾਂ ਭਰਾਵਾਂ ਨੂੰ ਹੋਰ ਕੋਈ ਚੀਜ਼। ਤੇ ਗੁਰਦੁਆਰੇ ਇੱਕ ਭਾਈ ਨੇ, ਤੁਸੀਂ ਦੇਖ ਨਹੀਂ, ਤੁਹਾਨੂੰ ਪਤਾ ਕਿ ਇੱਥੇ ਮੈਂ ਗੁਰੂ ਦੇ ਘਰ ਆਇਆ, ਮੈਨੂੰ ਗੁਰਦੁਆਰਾ ਸਾਹਿਬ ਮੈਂ ਗਿਆ ਸੀ, ਮੈਂ ਭਾਈ ਸਾਹਿਬ ਨਾਲ ਇਹ ਗੱਲ ਕੀਤੀ ਹੈ, ਉਹਨਾਂ ਨੇ ਇਹ ਸੋਲੂਸ਼ਨ ਦਿੱਤਾ ਹੈ, ਆਰ ਵੀ ਡੂਇੰਗ ਦੈਟ, ਕੁਐਸਚਨ ਆਨਸਰ ਹੁੰਦੇ ਨੇ। ਭਾਜੀ ਮੈਨੂੰ ਫਿਰ ਦੱਸੋ, ਮੈਂ ਮੇਰਾ ਦਿਮਾਗ ਖੁੱਲਦਾ ਚੱਲਣਾ ਸ਼ੁਰੂ ਹੁੰਦਾ, ਗੱਲਾਂ 'ਚ ਬੜਾ ਇੰਟਰਸਟ ਹੁੰਦਾ। ਕਨਫੈਸ਼ਨ ਹੁੰਦੀ ਆ, ਉਹ ਪ੍ਰੀਸਟ ਉੱਥੇ ਬੈਠਾ ਹੁੰਦਾ, ਤੁਸੀਂ ਦੇਖਦੇ ਨੇ, ਤੁਸੀਂ ਸਵਾਲ ਪੁੱਛਦੇ ਜਵਾਬ ਦਿੰਦੇ ਹੋ। ਸਾਡੀ ਤੇ ਰਿਲੀਜਨ ਬਹੁਤ ਉੱਪਰ ਹੈ ਇਹਦੇ ਨਾਲ। ਬਿਲਕੁਲ ਨਹੀਂ, ਪਰ ਬੱਚਿਆਂ ਵਾਸਤੇ ਕਹਿੰਦੇ ਨਹੀਂ, ਬਸ ਗੱਲ ਕਰਦਾ, ਤੁਸੀਂ ਕਨਫੈਸ਼ਨ ਕਰਨੀ ਨਾ ਗੁਰੂ ਘਰ ਬੈਠ ਕੇ ਰੱਬ ਨੂੰ ਕਰੋ, ਉਹਨੂੰ ਸਵਾਲ ਜਵਾਬ ਕਰੋ, ਤੁਹਾਨੂੰ ਜਵਾਬ ਦੇਗਾ ਕਿਸੇ ਨਾ ਕਿਸੇ ਤਰੀਕੇ ਨਾਲ। ਮੇਰੀ ਨੀਸ ਵੀਰ ਜੀ ਇੱਥੇ ਆਈ ਸਕਾਲਰਸ਼ਿਪ ਦੇ ਉੱਤੇ, ਵਾਰਵਿਕ ਯੂਨੀਵਰਸਿਟੀ ਨੂੰ, ਇੰਡੀਆ ਤੋਂ ਆਈ ਹੈ। ਸਬਜੈਕਟ ਉਹਦੇ ਕੋਲ ਕੀ ਸੀ? ਹੋਮੋਸੈਕਚੁਅਲਿਟੀ, ਉਹ ਸਬਜੈਕਟ ਲੈ ਕੇ ਆਈ ਹੈ। ਇੱਥੇ ਆਈ ਤਾਂ ਬਸ ਕੁਝ ਸਿੱਖੀ ਨਹੀਂ ਹੈਗੀ, ਮੇਰੀ ਮਾਂ ਬੇਵਕੂਫ ਹੈ, ਉਹ ਜਾਂਦੀ ਹੈ ਰੋਜ਼ ਪਤਾ ਨਹੀਂ ਕੀ ਕਰਦੀ ਪਈ ਹੈ। ਮੈਂ ਕਿਹਾ ਤੇਰੀ ਮਾਂ ਦੀਆਂ ਅਰਦਾਸਾਂ ਕਰਕੇ ਤੂੰ ਇੱਥੇ ਪਹੁੰਚੀ ਹੋਈ ਹੈ, ਅੱਜ ਤੈਨੂੰ ਸਕਾਲਰਸ਼ਿਪ ਮਿਲ ਗਈ, ਤੇ ਮੈਂ ਕਿਹਾ ਤੈਨੂੰ ਦੱਸ ਕੀ ਚਾਹੀਦਾ ਗੁਰੂ ਗ੍ਰੰਥ ਸਾਹਿਬ ਤੋਂ। ਉਹਨੇ ਮੈਨੂੰ ਕੁਐਸਚਨ ਕਰਨੇ, ਮੈਂ ਕਿਹਾ ਚੱਲ ਕਈ ਤਾਂ ਮੈਨੂੰ ਜਿਹੜੇ ਪਤਾ ਸੀ ਮੈਂ ਗੱਲ ਕਰ ਦੇਣੀ। ਮੈਂ ਕਿਹਾ ਚੱਲ ਹੁਣ ਅਸੀਂ ਚਲਦੇ ਹਾਂ ਉੱਤੇ, ਐਕਚੁਅਲੀ ਹੈਪਨ। ਮੈਂ ਕਿਹਾ ਚੱਲ ਉੱਤੇ ਅਰਦਾਸ ਕਰਦੀ ਹਾਂ, ਤੇ ਤੂੰ ਮੈਨੂੰ ਸਵਾਲ ਕੀਤਾ ਗੁਰੂ ਗ੍ਰੰਥ ਸਾਹਿਬ ਤੇ ਮੈਂ ਕਰਦੀ ਹਾਂ ਅਰਦਾਸ ਕਰਕੇ। ਅਸੀਂ ਗੁਰੂ ਗ੍ਰੰਥ ਸਾਹਿਬ ਖੋਲ੍ਹਿਆ ਤੇ ਉੱਥੇ ਉਹੀ ਸਾਰਾ ਜਵਾਬ ਜੋ ਅਸੀਂ ਗੱਲਾਂ ਕਰ ਰਹੇ ਹਾਂ। ਹੈਰਾਨ ਹੋ ਗਈ, ਕਹਿੰਦੀ ਓ ਮਾਈ ਗॉड, ਕਹਿੰਦੀ ਮੈਂ ਆਪਣੀ ਮਾਂ ਨੂੰ, ਮੇਰੀ ਮਾਂ ਹੈ, ਮੈਨੂੰ ਸਮਝਾ ਹੀ ਨਹੀਂ ਸਕੀ। ਫਿਰ ਇਹ ਕਹਿੰਦਾ ਮੇਰਾ ਦਿਲ ਕਰ ਰਿਹਾ ਹੈ ਕਿ ਮੈਂ PhD ਛੱਡ ਕੇ ਮੈਂ ਥੀਸਿਸ ਲਿਖਾਂ ਗੁਰੂ ਗ੍ਰੰਥ ਸਾਹਿਬ 'ਤੇ। ਫਿਰ ਦੈਨ ਸ਼ੀ ਗੋਟ ਮੈਰਿਡ ਟੂ ਜਰਮਨੀ ਚਲੀ ਗਈ। ਹੁਣ ਉਹ ਆਪਣੇ ਬੱਚਿਆਂ ਨੂੰ ਪੂਰੀ ਸਿੱਖੀ 'ਚ ਰੱਖਿਆ ਨੇ, ਕੁੜੀਆਂ ਦੀਆਂ ਇੰਨੀਆਂ ਲੰਮੀਆਂ ਗੁੱਤਾਂ, ਆਪੇ ਪੂਰੀ ਸਿੱਖੀ 'ਚ ਜਰਮਨ ਨਾਲ ਵਿਆਹ ਹੋਇਆ। ਪਰ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਦਿਓਗੇ ਤਾਂ ਫਿਰ ਪਤਾ ਹੈ ਕਿ ਮੇਰੇ ਰੂਟਸ ਵਿੱਚ ਤਾਂ ਹੈਗਾ ਸੀ ਉਹਦੇ, ਪਰ ਉਹਨੂੰ ਕੋਈ ਸਮਝਾਉਣ ਵਾਲੀ, ਉਹਦੇ ਕੋਲ ਬ੍ਰੇਨ ਹੈਗਾ ਸਮਝਾਉਣ ਵਾਸਤੇ। ਅਸੀਂ ਉਹ ਲੈਵਲ ਤੁਹਾਡੇ ਵਰਗੇ ਬੜੇ ਪ੍ਰੋਫੈਸ਼ਨਲ ਹੈਗੇ ਹੋ, ਬੜੇ ਪੜ੍ਹੇ ਲਿਖੇ, ਤੁਹਾਨੂੰ ਪਤਾ ਹਰ ਚੀਜ਼ ਦਾ। ਅਸੀਂ ਵੈਸਟਰਨ ਕੰਟਰੀਆਂ ਦੇ ਵਿੱਚ ਬੱਚਿਆਂ ਨੂੰ ਬਚਾ ਕੇ ਰੱਖਿਆ ਹੋਇਆ। ਬੜੀ ਵੱਡੀ ਹਿੰਮਤ ਦੀ ਗੱਲ ਹੈਗੀ ਹੈ, ਐਜ਼ ਏ ਮਾਂ, ਐਜ਼ ਅ ਪਿਓ, ਐਜ਼ ਅ ਸੁਸਾਇਟੀ, ਐਜ਼ ਅ ਸਿੱਖ ਰਿਲੀਜਨ ਵਾਈਜ਼। ਬੱਚੇ ਇੱਥੇ ਬਹੁਤ ਬੱਚੇ ਹੋਏ ਨੇ ਪੰਜਾਬ ਨਾਲੋਂ। ਹੁਣ ਆਪਾਂ ਇੱਕ ਦੂਜੇ ਨੂੰ ਬਲੇਮ ਕਰਨ ਨਾਲੋਂ ਮੈਂ ਤੁਹਾਨੂੰ ਦੋਨਾਂ ਨੂੰ, ਆਪਾਂ ਆਪਣੇ ਖਿਆਲਾਤ ਹੁੰਦੇ ਨੇ, ਵੀ ਨੀਡ ਟੂ ਹੈਲਪ ਪੰਜਾਬ ਦੇ ਵਿੱਚ ਕਿ ਇਹ ਚੀਜ਼ ਨਾ ਹੋਵੇ। ਸਾਡੇ ਰੂਟ ਉੱਥੋਂ ਨੇ, ਉੱਥੋਂ ਸਾਡੇ ਜੜ੍ਹਾਂ ਨੇ ਸਾਡੀਆਂ, ਇਹ ਉੱਥੇ ਅਸੀਂ ਕੀ ਕਰ ਸਕਦੇ ਹਾਂ ਆਪਾਂ? ਅਸੀਂ ਸੋਲੂਸ਼ਨ ਦੇਖਨੇ ਆ। ਇੱਕ ਤਾਂ ਜਿਹੜਾ ਐਕਟ ਪਾਸ ਹੋਣਾ ਚਾਹੀਦਾ, ਦੈਟਸ only one thing. The second thing is ਕਿ ਹੁਣ ਸ਼੍ਰੋਮਣੀ ਕਮੇਟੀ ਕੋਲ ਇਤਨਾ ਪੈਸਾ, ਉਹਨਾਂ ਨੇ ਆਪਣੇ ਮੂੰਹ ਮੇਰੇ ਮੀਟਿੰਗਾਂ ਦੇ ਵਿੱਚ ਕਿਹਾ, ਪੈਸੇ ਦੀ ਤੇ ਸਾਨੂੰ ਕੋਈ ਪਰਵਾਹ ਨਹੀਂ, ਇਤਨਾ ਪੈਸਾ ਉਹਨਾਂ ਨੂੰ ਹਰ ਇੱਕ ਪਿੰਡ ਦੇ ਵਿੱਚ ਗਿਆਨੀ ਜਿਹੜੇ ਨੇ, ਗ੍ਰੰਥੀ ਜਿਹੜੇ ਨੇ, ਉਹਨਾਂ ਦੀਆਂ ਡਿਊਟੀਜ਼ ਹੋਰ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਇੱਥੇ ਹੈਗੇ ਨੇ, ਦੇਖੇ ਪ੍ਰੀਸਟ ਹੈ, ਠੀਕ ਹੈ ਨਾ, ਉਹਨਾਂ ਨੂੰ ਆਪਣੇ ਪੈਰਿਸ਼ ਦੇ ਵਿੱਚ ਜਿੰਨੇ ਵੀ ਬੰਦੇ ਹੈ ਉਹਨਾਂ ਦੇ ਕ੍ਰਿਸਚਨ, ਉਹਨਾਂ ਨੂੰ ਉਹਨਾਂ ਦੀ ਫੈਮਿਲੀ ਦਾ ਪਤਾ ਹੋਏਗਾ, ਉਹਨਾਂ ਨੂੰ ਪਤਾ ਹੋਏਗਾ ਕਿੰਨਾ ਦੇ ਘਰ ਬੱਚਾ ਹੋਣਾ, ਕਿੰਨਾ ਦੇ ਘਰ ਗਾਂ ਦਾ ਬੱਚਾ ਹੋਣਾ, ਕਿੰਨਾ ਦੇ ਘਰ ਬਿਮਾਰੀ ਹੈ, ਕਿੰਨਾ ਦੇ ਘਰ, ਸਭ ਕੁਝ ਪਤਾ ਹੋਏਗਾ। ਤਾਂ ਉੱਥੇ ਭੱਜੇ ਜਾਣਗੇ ਸਪੋਰਟ ਕਰਨ, ਹੈਲਪ ਕਰਨ। ਸਾਡੇ ਗਿਆਨੀ ਜੀ ਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ, ਬਸ ਉਹਨਾਂ ਨੇ ਸ਼ਬਦ ਪੜ੍ਹ ਲਿਆ, ਕੀਰਤਨ ਕਰ ਲਿਆ ਤੇ ਗੱਲ ਖਤਮ। ਉਹਨਾਂ ਨੂੰ ਆਪਣੀ ਫੈਮਿਲੀ, ਜਿਹੜੀ ਸਾਡੀ ਸਿੱਖ ਫੈਮਿਲੀ ਹੈ, ਉਹਨਾਂ ਨੂੰ ਸਪੋਰਟ, ਉਹਨਾਂ ਨੂੰ ਹੈਲਪ। ਜੇ ਕਿਸੇ ਨੂੰ ਦੁੱਖ ਹੈ, ਕੋਈ ਅੰਦਰ ਬਿਮਾਰ ਪਿਆ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਬਿਮਾਰ ਹੈ, ਮੈਂ ਫਲਾਣੇ ਹਸਪੀਟਲ ਦਾ ਦਵਾਈ ਲੈ ਕੇ ਦੇਣੀ ਹੈ ਜਾਂ ਉੱਥੇ ਕਰਨਾ। ਇਹ ਜਿਹੜਾ ਕੰਮ ਹੈ ਨਾ ਸਾਡੇ ਬੜਾ ਮਿਸਿੰਗ ਹੈ, ਇਹਦੀ ਹੁਣ ਬਹੁਤ ਜ਼ਰੂਰਤ ਹੈ ਕਿ ਤਾਂ ਕਿ ਬੰਦੇ ਲੋਨਲੀ ਨਾ ਫੀਲ ਕਰਨ। ਫਿਰ ਦੂਸਰਾ ਜਿਹੜਾ ਅਸੀਂ ਕਹਿੰਦੇ, ਸਾਨੂੰ ਗੁਰੂ ਸਾਹਿਬ ਨੇ ਕਿਹਾ ਨਾ, ਸਾਰੇ ਅਸੀਂ ਇੱਕੋ ਹਾਂ। ਤੇ ਉਹ ਜਿਹੜੇ ਹੈਗੇ ਨੇ ਸ਼ਡਿਊਲ ਕਾਸਟ ਦੇ ਹੈ, ਜੇ ਉਹਨਾਂ ਨੂੰ ਤੁਸੀਂ ਰਿਸਪੈਕਟ ਨਹੀਂ ਦਿਓਗੇ, ਜੇ ਉਹਨਾਂ ਨੂੰ ਆਪਣੇ ਭੈਣ ਭਰਾ ਨਹੀਂ ਸਮਝੋਗੇ, ਉਹ ਕਹਿੰਗੇ ਤੁਸੀਂ ਕੌਣ ਹੁੰਦੇ, ਸਾਡਾ ਤੁਹਾਡੇ ਨਾਲ ਕੀ ਹੈ। ਹੁਣ ਉੱਥੇ ਗੁਰਦੁਆਰੇ ਪਿੰਡਾਂ ਵਿੱਚ ਹੈ, ਠੀਕ ਹੈ ਨਾ, ਜਿਹੜੇ ਜਿਸ ਪਿੰਡ ਵਿੱਚ ਇੱਕੋ ਗੁਰਦੁਆਰਾ, ਜਿਹੜੇ ਸ਼ਡਿਊਲ ਕਾਸਟ ਸਿੱਖ ਹੈ, ਉਹ ਸਿੱਖ ਹੋਣਾ ਹੀ ਨਹੀਂ ਚਾਹੀਦਾ ਨਾ, ਲੋ ਕਾਸਟ ਹੋ ਰਹੀ ਸੀ, ਉਹਨਾਂ ਨੂੰ ਗੁਰਦੁਆਰੇ 'ਚ ਅੰਦਰ ਪ੍ਰਸ਼ਾਦ ਨਹੀਂ ਲਾਉਣ ਦਿੰਦੇ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੰਦੇ, ਉਹਨਾਂ ਨੂੰ ਅੰਦਰ ਲੰਗਰ ਨਹੀਂ ਛਕਣ ਦਿੰਦੇ, ਉਹਨਾਂ ਨੂੰ ਬਾਹਰ ਬਿਠਾਉਂਦੇ ਕਿ ਬਾਹਰ ਬੈਠ ਕੇ ਪ੍ਰਸ਼ਾਦ ਲੈਂਦੇ ਨੇ, ਬਾਹਰ ਬੈਠ ਕੇ। ਕਈ ਜਗ੍ਹਾ 'ਤੇ ਵੜਨ ਹੀ ਨਹੀਂ ਦਿੰਦੇ, ਕਈਆਂ ਪਿੰਡਾਂ ਵਿੱਚ 2-2 ਗੁਰਦੁਆਰੇ ਨੇ ਤੇ ਸ਼ਡਿਊਲ ਕਾਸਟ ਨਾਲ ਦੂਜਾ ਤੀਜਾ। ਇਹ ਸਿੱਖੀ ਦੇ ਖਿਲਾਫ ਹੈ। ਇਸੇ ਕਰਕੇ ਦੇਖੋ ਨਾ, ਜੇ ਮੈਂ ਆਪਣੀ ਭੈਣ ਨੂੰ ਬੁਲਾਉਂਦੀ ਹਾਂ, ਸਤਿ ਸ਼੍ਰੀ ਅਕਾਲ, ਪਿਆਰ ਕਰਦੀ ਹਾਂ, ਤੇ ਉਹ ਮੈਨੂੰ ਮੂੰਹ ਪਰੇ ਕਰਕੇ ਚੱਲਦੀ, ਤੇ ਮੈਂ ਕਹਿੰਦੀ ਜਾਣਦੇ ਸੋ
ਮੈਂ ਕੱਲ ਨੂੰ ਨਹੀਂ ਬੁਲਾਵਾਂਗੀ। ਜੇ ਇਸ ਤਰ੍ਹਾਂ ਹੀ ਅਸੀਂ ਆਪਣੇ ਬੰਦਿਆਂ ਨੂੰ, ਆਪਣੇ ਸਿੱਖਾਂ ਨੂੰ ਇੰਜ ਕਰਾਂਗੇ, ਉਹ ਦੂਜੇ ਆ ਕੇ ਜੱਫੀਆਂ ਪਾਉਣਗੇ, ਫਿਰ ਉਹਨਾਂ ਉੱਧਰ ਚਲੇ ਜਾਣਗੇ। ਇਸ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਇੱਥੇ ਮੈਂ ਜ਼ਰੂਰ ਕਹਾਂਗੀ ਕਿ ਥੋੜੀ ਜਿੰਨੀ ਚੰਗੀ ਗੱਲ ਹੈ ਕਿ ਜਾਤ ਪਾਤ ਘਟ ਗਈ ਹੈ ਸਾਡੇ ਸਿੱਖਾਂ ਵਿੱਚ। ਇਸ ਕਰਕੇ ਨਹੀਂ ਘਟ ਗਈ ਕਿ ਅਸੀਂ ਬੜੇ ਚੰਗੇ ਉੱਚੇ ਹੋ ਗਏ ਹਾਂ, ਸਾਡੇ ਬੱਚਿਆਂ ਨੇ ਮੂੰਹ ਤੇ ਚਪੇੜਾਂ ਮਾਰੀਆਂ। ਉਹ ਕਹਿੰਦੇ ਨੇ ਇੱਥੇ ਤੇ ਜੰਪ ਲੈ ਗਏ ਨਾ, ਬਹੁਤ ਚੰਗੀ ਗੱਲ ਹੋਈ ਹੈ, ਬਹੁਤ ਚੰਗੀ ਗੱਲ ਹੋਈ ਹੈ ਕਿ ਉਹਨਾਂ ਨੇ ਕਿਹਾ ਹਾਂ ਵਾਟ ਯੂ ਟਾਕਿੰਗ ਅਬਾਊਟ, ਸਿੱਖ ਤਾਂ ਹੈਗੀ ਹੈ, ਗੱਲ ਖਤਮ ਕੀਤੀ। ਉਹ ਅੱਗੋਂ ਹੋਰ ਹੋਏਗਾ ਵਿਚ ਇਜ਼ ਰੀਅਲੀ ਗੁੱਡ। ਇਹ ਹੁਣ ਸਾਨੂੰ ਪੰਜਾਬ ਵਿੱਚ ਇੰਜ ਕਰਨਾ ਪਏਗਾ, ਜਾਤ ਪਾਤ ਖਤਮ ਕਰਨੀ ਪਏਗੀ। ਗੁਰੂ ਸਾਹਿਬ ਨੇ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਾਤ ਜਾਤ ਸਾ ਪਾਤ ਹੈ, ਜੇਬਾ ਕਰਮ ਕਮਾਏ। ਜਿਹੜੇ ਤੁਹਾਡੇ ਕੰਮ ਹੈ ਨਾ ਕਰਮ, ਉਹ ਨਹੀਂ ਜਿਹੜੇ ਹਿੰਦੂਆਂ ਵਾਲੇ ਕਰਮ ਨਹੀਂ ਅਸੀਂ ਕਹਿੰਦੇ ਪਏ, ਜਿਹੜੇ ਕਰਮ ਮੀਨਸ ਕੰਮ, ਜਿਵੇਂ ਜੇ ਤੁਸੀਂ ਕੰਮ ਕਰਦੇ ਹੋ ਉਹੀਓ ਤੁਹਾਡੀ ਜਾਤ ਤੇ। ਜੇ ਤੁਸੀਂ ਲੋਹਾਂ ਦਾ ਕੰਮ ਕਰਦੇ ਹੋ ਤੁਸੀਂ ਲੋ ਹੋ, ਤੁਹਾਡੀ ਜਾਤ। ਜੇ ਉੱਪਰਾਂ ਅੱਛੇ ਕੰਮ ਕਰਦੇ ਹੋ ਤੇ ਤੁਸੀਂ ਅੱਛੇ ਹੋ। ਉਹ ਜਿੰਨੀ ਦੇਰ ਤੱਕ ਅਸੀਂ ਆਪਣੇ ਗੁਰੂ ਦੀਆਂ ਟੀਚਿੰਗਸ ਨਹੀਂ ਲਵਾਂਗੇ, ਅੱਗੋਂ ਨਹੀਂ ਸਮਝਾਵਾਂਗੇ। ਦ ਅਦਰ ਥਿੰਗ ਵੀ ਹੈਵ ਅ ਪ੍ਰੋਬਲਮ ਇਜ਼ ਅ ਲੈਂਗੁਏਜ ਪ੍ਰੋਬਲਮ। ਹੁਣ ਮੈਂ ਆਪਣੇ ਬੱਚਿਆਂ ਨੂੰ ਕਹਿੰਦੀ ਹੁੰਦੀ ਹਾਂ ਚੱਲ ਗੁਰਦੁਆਰੇ ਚੱਲੀਏ, ਕਹਿੰਦੀ ਮਮ ਮੈਂ ਉੱਥੇ ਜਿਹੜੇ ਘੰਟਾ ਤਿਆਰ ਹੋਵਾਂਗੀ, ਜਾਵਾਂਗੀ, ਲੱਗੇਗਾ ਘੰਟਾ ਜਾਂਦਿਆਂ, ਘੰਟਾ ਉੱਥੇ ਦਾ, ਕਹਿੰਦੀ ਮੈਂ ਕੀ ਸਿੱਖ ਕੇ ਆਵਾਂਗੀ, ਮੈਨੂੰ ਤਾਂ ਸਮਝ ਤੇ ਕੋਈ ਨਹੀਂ ਆਣੀ ਪੰਜਾਬੀ ਐਨੀ, ਮੈਂ ਉਹ ਘਰ ਬੈਠ ਕੇ ਪੜਾਂਗੀ ਤੇ ਮੈਂ ਜ਼ਿਆਦਾ ਪੰਜਾਬੀ ਇੱਥੇ ਜਿਹੜੇ ਕਈ ਹੈਗੇ which is bad। ਇੰਗਲਿਸ਼ ਵੀ ਕਥਾ ਕਰਦੇ ਨੇ, ਬੜੇ ਹੈ ਲੋਕ ਪੰਜਾਬੀ ਕਥਾ। ਹਾਂ ਠੀਕ ਹੈ, ਪਰ ਗੁਰਦੁਆਰਿਆਂ ਦੇ ਵਿੱਚ ਨਾਲ ਮਾਫੀ ਮੰਗਦੇ। ਉਹ ਮੈਂ ਤੁਹਾਨੂੰ ਦੱਸ ਰਹੀ ਨਾ, ਗੁਰਦੁਆਰੇ ਦੇ ਵਿੱਚ ਬੱਚੇ ਇੰਨੇ ਬੈਠੇ ਆ, ਮੇਰੇ ਹਸਬੈਂਡ ਕਹਿੰਦੇ ਮੇਰਾ ਗ੍ਰੈਂਡਸਨ ਇੰਜ ਕਹਿੰਦਾ ਪਿਆ ਕਿ ਅੱਜ ਕੀ ਗੁਰਪੁਰਬ ਹੈ, ਤੇ ਦੂਜੇ ਬੱਚੇ ਕੀ ਕਹਿੰਦੇ ਹੋਣਗੇ। ਉੱਠ ਕੇ ਇਹਨਾਂ ਨੇ ਕਿਹਾ ਮੈਂ ਬੋਲ ਕੇ ਸਾਰਿਆਂ ਨੇ ਆ ਕੇ ਬੜੇ ਬੱਚੇ ਉਹਨਾਂ ਨੇ ਥੈਂਕ। ਤੇ ਗਿਆਨੀ ਜੀ ਨੇ ਅਪੋਲੋਜੀ ਕੀਤੀ, ਸੌਰੀ ਲਾਰਡ ਸਾਹਿਬ ਨਾ ਇੰਗਲਿਸ਼ ਵਿੱਚ ਬੋਲ ਕੇ ਗਏ, ਅਪੋਲੋਜੀ ਕੀਤੀ ਕਿ ਇੰਗਲਿਸ਼ ਵਿੱਚ ਬੋਲ ਕੇ। ਪੰਜਾਬ ਕਦੋਂ ਤੁਸੀਂ ਸਮਝਣਾ ਕਿ ਤੁਹਾਡੇ ਬੱਚਿਆਂ ਨੂੰ ਨਹੀਂ ਆਉਂਦੀ ਪਈ ਇੰਨੀ ਪੰਜਾਬੀ। ਇਹ ਨਹੀਂ ਕਿ ਮੈਂ ਨਹੀਂ ਕਹਿੰਦੀ ਪੰਜਾਬੀ ਸਿੱਖਣੀ ਚਾਹੀਦੀ ਹੈ। ਹੁਣ ਮੈਂ ਬੋਲਦੀ ਸੀ, ਮੈਂ ਵੀ ਗੁਰਦੁਆਰੇ ਦੀ ਪ੍ਰਧਾਨ ਰਹੀ ਹਾਂ, ਸੈਕਟਰੀ ਰਹੀ ਹਾਂ, ਸਭ ਕੁਛ ਮੈਂ ਬੋਲਦੀ ਸੀ। ਮੈਨੂੰ ਸਾਰੇ ਬੱਚਿਆਂ ਨੇ ਆ ਕੇ ਕਹਿਣਾ ਕਿ ਆਂਟੀ ਵੀ ਕੈਨ ਅੰਡਰਸਟੈਂਡ ਯੂਰ ਪੰਜਾਬੀ, ਵੀ ਕੈਨ ਤੇਰਾ ਸਾਨੂੰ ਐਕਸੈਂਟ ਸਮਝ ਆ ਜਾਂਦਾ, ਸਾਨੂੰ ਦੂਜਿਆਂ ਦਾ ਐਕਸੈਂਟ ਨਹੀਂ ਸਮਝ ਆਉਂਦਾ ਕਿਉਂਕਿ ਡਿਫਰੈਂਟ ਐਕਸੈਂਟ ਹੁੰਦਾ। ਤੇ ਕਹਿੰਦਾ ਤੇਰਾ ਕਲੀਅਰ ਐਕਸੈਂਟ ਆ, ਸਾਨੂੰ ਸਮਝ ਆ ਜਾਂਦਾ। ਹੁਣ ਬਾਹਰੋਂ ਆਉਂਦੇ, ਪੰਜਾਬ ਤੋਂ ਆਉਂਦੇ, ਉੱਧਰੋਂ ਆਉਂਦੇ, ਸਾਨੂੰ ਉਹਨਾਂ ਦਾ ਐਕਸੈਂਟ ਨਹੀਂ ਸਮਝ ਆਉਂਦਾ, ਸਾਨੂੰ ਪੰਜਾਬੀ ਨਹੀਂ ਸਮਝ ਆਉਂਦੀ। ਫਿਰ ਉਹ ਸਵਿਚ ਆਫ ਹੋ ਜਾਂਦੇ। ਜੇ ਤੁਸੀਂ ਸਵਿਚ ਆਫ ਹੋ ਜਾਓ ਤੇ ਫਿਰ ਤੁਸੀਂ ਜਾਣਾ ਨਹੀਂ ਚਾਹੁੰਦੇ ਹੋ। ਇਸ ਕਰਕੇ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ। ਸਾਨੂੰ ਜਿੰਨੇ ਵੀ ਸਾਡੇ ਪ੍ਰਚਾਰਕ ਹੈ ਬਾਇਲਿੰਗੁਅਲ ਹੋਣ, ਪੰਜਾਬੀ ਵੀ ਆਉਂਦੀ ਹੋਏ, ਇੰਗਲਿਸ਼ ਵੀ ਆਉਂਦੀ, ਬਿਲਕੁਲ ਦੋਨੋਂ ਲੈਂਗੁਏਜਸ ਆਉਂਦੀਆਂ। ਕਿਉਂਕਿ ਦੇਖੋ ਨਾ, ਮੈਂ ਤਾਂ ਪਤਾ ਨਾ ਹੁਣ ਮੋਸਟ ਕੰਟਰੀਜ਼ ਵਿੱਚ ਇੰਗਲਿਸ਼ ਚੱਲਦੀ ਹੈ, ਠੀਕ ਹੈ, ਪਰ ਕਈ ਯੂਰਪੀਅਨ ਕੰਟਰੀਜ਼ ਇੰਗਲਿਸ਼ ਨਹੀਂ ਚੱਲਦੀ ਹੈ। ਹੁਣ ਫਰਾਂਸ ਵਿੱਚ ਜਿਹੜੇ ਫਰੈਂਚ ਬੱਚੇ ਹੈ ਉਹਨਾਂ ਨੂੰ ਆਉਂਦੀ ਹੋਏਗੀ ਇੰਗਲਿਸ਼, ਪਰ ਉਹਨਾਂ ਦੀ ਫਰੈਂਚ ਜ਼ੁਬਾਨ ਹੈ ਤੇ ਅਸੀਂ ਪੰਜਾਬੀ 'ਚ ਉਹਨਾਂ ਨਾਲ ਕਮਿਊਨੀਕੇਟ ਕਰਦੇ ਹਾਂ। ਇਟਾਲੀਅਨ ਹੈ, ਸਪੈਨਿਸ਼ ਹੈ, ਉਹਨਾਂ ਦੀ ਆਪਣੀ ਵੀ ਲੈਂਗੁਏਜਸ ਹੋ ਜਾਂਦੀਆਂ ਨਾ, ਤੇ ਫਿਰ ਇਸ ਕਰ ਉੱਥੇ ਹੋਰ ਮੁਸ਼ਕਿਲ ਹੈ। ਪਰ ਜਿਹੜਾ ਇੰਨਾ ਹੋਣਾ ਚਾਹੀਦਾ, ਜਿਹੜੇ ਕੰਟਰੀ ਸਾਡਾ ਸਿੱਖ ਗਿਆਨੀ ਜੀ, ਗ੍ਰੰਥੀ ਜੀ ਜੋ ਵੀ ਹੈ, ਉਹਨਾਂ ਨੂੰ ਬਾਇਲਿੰਗੁਅਲ ਹੋਣਾ ਪਏਗਾ। ਇਹ ਸਿਰਫ ਗੁਰਦੁਆਰਿਆਂ 'ਚ ਨਹੀਂ, ਦੇਖੋ ਪ੍ਰਿਜ਼ਨ ਚੈਪਲਨ ਸੀ ਸਾਡੇ ਕੋਲ। ਹੁਣ ਜਿਹੜੇ ਚੈਪਲਨਸ ਜਾਂਦੇ ਨੇ, ਉਹ ਜਿਹੜੇ ਉੱਥੇ ਬੈਠੇ ਬੱਚੇ ਹੈ, ਉਹਨਾਂ ਨੂੰ, ਬੱਚੇ ਵੀ ਮੋਸਟਲੀ ਹੁੰਦੇ ਆ, ਉਹਨਾਂ ਨੇ ਗਲਤ ਕੰਮ ਕੀਤੇ ਹੋਏ, ਉਹਨਾਂ ਨੂੰ ਸਮਝਾਉਣਾ ਹੁੰਦਾ। ਜੇ ਉਹਨਾਂ ਨੂੰ ਪੰਜਾਬੀ ਇੰਗਲਿਸ਼ ਨਹੀਂ ਆਉਂਦੀ ਤੇ ਉਹ ਪੰਜਾਬੀ 'ਚ ਹੀ ਸਮਝਣਗੇ ਨਾ, ਤੇ ਜੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਇੰਗਲਿਸ਼ ਵਿੱਚ ਹੀ ਸਮਝਣਗੇ। ਹੁਣ ਮੇਰੇ ਦਿਮਾਗ 'ਚ ਕੋਈ ਗੱਲ ਆ ਰਹੀ ਹੈ, ਹੁਣ ਅਸੀਂ ਇੱਥੇ ਬੈਠ ਕੇ ਗੱਲਬਾਤ ਕਰ ਰਹੇ ਹਾਂ ਕਿ ਪੰਜਾਬ 'ਚ ਕੀ ਹੋ ਰਿਹਾ, ਚਰਚਾ ਹੋ ਰਹੀ ਹੈ, ਲੇਕਿਨ ਇਸ ਦਾ ਫਾਇਦਾ ਕਿਸੇ ਨੂੰ ਕੁਝ ਨਹੀਂ ਹੋਣਾ। ਹੁਣ ਤੁਸੀਂ ਦੱਸੋ ਕਿ ਕੀ ਕੀਤਾ ਜਾਏਗਾ, ਅਸੀਂ ਇੱਕ ਤਾਂ ਐਮਫੈਸਿਸ ਕਰ ਰਹੇ ਹਾਂ ਲੋ ਪਾਸ ਕਰੋ, ਦੂਜਾ ਐਮਫੈਸਿਸ ਕਰ ਰਹੇ ਹਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ, ਜਿਹੜੇ ਵੀ ਜਿੰਨੀਆਂ ਵੀ ਉੱਥੇ ਪਾਰਟੀਜ਼, ਅਸੀਂ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਹੈ ਨਾ, ਅਸੀਂ ਕਹਿੰਦੇ ਹਾਂ ਤੁਸੀਂ ਆਪਣੇ ਕੰਮ ਕਰੀ ਚੱਲੋ, ਪਰ ਇਹ ਮੁੱਦੇ ਤੇ ਤੁਸੀਂ ਸਾਰੇ ਰਲ ਜਾਓ, ਇਹ ਮੁੱਦਾ 'ਚ ਰਲ ਕੇ ਚੁੱਕੋ, ਤੇ ਤਾਂ ਕਿ ਇਹਦੇ ਤੇ ਤੁਸੀਂ ਪ੍ਰਚਾਰ ਕਰੋ, ਸਿੱਖੀ ਦਾ ਪ੍ਰਚਾਰ ਕਰੋ। ਸਿੱਖੀ ਕੀ ਕਹਿੰਦੇ, ਦਵਾਈ, ਪੜ੍ਹਾਈ ਤੇ ਕਮਾਈ, ਇਹ ਤਿੰਨੋਂ ਕੰਮਾਂ ਦਾ ਧਿਆਨ ਰੱਖੋ। ਤੇ ਕਿਉਂਕਿ ਉਹ ਮੇਰੀ ਇੱਕ ਫਰੈਂਡ ਡਾਕਟਰ ਹੈ, ਉਹ ਕਹਿੰਦੀ ਮੇਰੀ ਜਿਹੜੀ ਹੋਰ ਡਾਕਟਰ ਫਰੈਂਡ ਹੈ ਉਹ ਕ੍ਰਿਸਚਨ ਬਣ ਗਈ। ਉਹ ਕਹਿੰਦੀ ਮੈਂ ਨਾ ਹੁਣ 5 ਦਿਨ ਕੰਮ ਨਹੀਂ ਕਰਨਾ, ਮੈਂ ਸਿਰਫ 3 ਦਿਨ ਕਰਨਾ, 2 ਦਿਨ ਜਾ ਕੇ ਮੈਂ ਕ੍ਰਿਸਚੈਨਿਟੀ ਫੈਲਾਉਣੀ ਹੈ, ਕਿਉਂਕਿ ਉਹ ਫਿਰ ਉੱਥੇ ਦਵਾਈਆਂ ਦਿੰਦੇ ਆ ਤੇ ਉਹਨਾਂ ਨੂੰ ਕ੍ਰਿਸਚਨ ਬਣਾਉਂਦੇ। ਜੀ ਆਪਾਂ ਵੀ ਗੱਲ ਇਹ ਸਾਨੂੰ ਕਰਨਾ ਚਾਹੀਦਾ। ਬਸ ਤੁਹਾਨੂੰ ਇੱਕ ਅੱਧਾ ਮਿੰਟ ਦਵਾਂਗਾ, ਪਹਿਲਾਂ ਮੈਂ ਥੋੜਾ ਆਪਣੀ ਸਟੱਡੀ ਸਮਨ ਅਪ ਕਰਦਾ, ਕਿਉਂਕਿ ਜੋ ਮੈਂ ਹੁਣ ਦੇਖਦਾ ਪਿਆ ਤੁਹਾਡੇ ਕੋਲ ਗੱਲਾਂ ਸੁਣ ਕੇ ਮੇਰੇ ਦਿਮਾਗ 'ਚ ਗੱਲ ਆਈ ਹੈ, ਕਿਉਂਕਿ ਹਾਲੇ ਮੇ ਵੀ ਪੰਜਾਬ ਨੂੰ ਲੱਗਦਾ ਕਿ ਹਾਲੇ ਬਹੁਤ ਇਸ਼ੂ ਨਹੀਂ ਹੈ। ਇਹ ਨਹੀਂ ਕਹਿੰਦਾ ਕਿ ਆਪਣੀ ਜੋ ਵੀ ਕਮੇਟੀਆਂ ਹੈਗੀਆਂ ਹੈਲਪ ਨਹੀਂ ਕਰ ਰਹੀਆਂ,
ਹੈਲਪ ਕਰ ਸਕਦੇ ਨੇ, ਲੇਕਿਨ ਹਾਲੇ ਧਿਆਨ ਨਹੀਂ ਦਿੱਤਾ ਜਾ ਰਿਹਾ ਬਿਕੋਜ਼ ਉਹਨਾਂ ਪਾਸ ਹੋਰ ਇਸ਼ੂ ਹੈਗੇ ਨੇ। ਜੀ ਆਪਾਂ ਬੜੀਆਂ ਗੱਲਾਂ ਕੀਤੀਆਂ, ਬੜਾ ਸੋਲੂਸ਼ਨ ਵਗੈਰਾ ਕਾਮੀਆਂ ਦੀ ਗੱਲ ਕੀਤੀ ਹੈ। ਕੁਝ ਇੱਕ ਅੱਧੇ ਮਿੰਟ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਵੱਲੋਂ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ? ਬਸ ਵਿੱਚ ਇਹੀ ਕਹਿਣਾ ਚਾਹਾਂਗੇ, ਦੇਖੋ ਸਾਡਾ ਅਸੀਂ ਸਾਰੇ ਇਕੱਠੇ ਹੋ ਕੇ ਜ਼ੋਰ ਪਾ ਕੇ ਆਪਣੀ ਆਵਾਜ਼, ਆਪਣੀ ਬੇਨਤੀ ਜਿਹੜੀ ਅਕਾਲ ਤਖਤ ਤੱਕ ਪਹੁੰਚਾਈਏ ਕਿ ਪਲੀਜ਼ ਇਹ ਕਾਨੂੰਨ ਬਣਾਓ ਕਿ ਸਿੱਖੀ ਰੱਖ ਕੇ ਤੁਸੀਂ, ਹਾਂ ਤੁਸੀਂ ਕਿਸੇ ਨੂੰ ਦੂਜੇ ਧਰਮ ਵਿੱਚ ਜਾਣਾ, ਸਾਨੂੰ ਕੋਈ ਕਿਸੇ ਨੂੰ ਤੁਸੀਂ ਰੋਕ ਨਹੀਂ ਸਕਦੇ, ਉਹ ਆਪਣੀ ਹੈ। ਬਾਕੀ ਹੈ ਕਿ ਸਿੱਖੀ ਰੂਪ ਨੂੰ ਰੱਖ ਕੇ ਤੁਸੀਂ ਹੋਰ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ, ਇਹ ਸਖਤੀ ਹੋਣੀ ਚਾਹੀਦੀ ਹੈ। ਦੂਜੀ ਮੈਂ ਕਹਿੰਦੀ ਹਾਂ, ਸਾਡੇ ਜਿਹੜੇ ਲੋਕਲ ਗੁਰਦੁਆਰੇ ਹੈ ਉਹਨਾਂ ਦੇ ਉੱਤੇ ਉਹਨਾਂ ਨੂੰ ਸਪੋਰਟ ਕਰਕੇ ਤੇ ਉਹ ਸਾਰੇ ਸਾਡੇ ਜਿਹੜੀ ਉੱਥੇ ਖਿਆਲ ਕਰਨ ਕਿ ਲੋਕਾਂ ਨੂੰ ਕੀ ਚਾਹੀਦਾ ਹੈ। ਤੀਜਾ, ਆਪਸ ਵਿੱਚ ਅਸੀਂ ਨੇਬਰ ਜਿਹੜੇ ਪੰਜਾਬ ਵਿੱਚ ਰਹਿੰਦੇ ਆ, ਇੱਕ ਦੂਜੇ ਦਾ ਖਿਆਲ ਕਰਨ। ਚੌਥੀ ਚੀਜ਼ ਜਿਹੜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਜਿਹੜੇ ਸਾਡੇ ਕਾਨੂੰਨ ਜਿਹੜੇ ਆਪਣੀ ਮਰਜ਼ੀ ਨਾਲ ਜਿਨ੍ਹਾਂ ਨੇ ਸਿੱਖੀ ਅਪਣਾਈ ਹੈ, ਕ੍ਰਿਸਚੀਅਨ ਜਿਹੜੇ ਹੈਗੇ ਆ, ਉਹਨਾਂ ਨੂੰ ਅੱਗੇ ਲਿਆਇਆ ਜਾਏ। ਉਹਨਾਂ ਦੀਆਂ ਥੋੜ੍ਹੀਆਂ ਜਿਹੀਆਂ ਵੀਡੀਓ ਵਾਇਰਲ ਕਿ ਵਾਟ ਮੇਡ ਦੈਮ ਬਿਕਮ ਸਿੱਖ, ਉਹਨਾਂ ਨੇ ਕਿਉਂ ਕ੍ਰਿਸਚੈਨਿਟੀ ਛੱਡੀ ਔਰ ਕਿਉਂ ਸਿੱਖੀਜ਼ਮ 'ਤੇ ਆਏ। ਉਹਨਾਂ ਕੋਲ ਬੜੇ ਵੈਲਿਡ ਪੁਆਇੰਟ ਹੋਣਗੇ, ਦਿਲ ਤੋਂ ਆਏ ਹੋਣਗੇ। ਉਹਨਾਂ ਨੂੰ ਪੰਜਾਬ ਵਿੱਚ ਲਿਆਇਆ ਜਾਏ, ਜਿਸ ਤਰ੍ਹਾਂ ਮਰਜ਼ੀ ਮਿਹਨਤ ਕਰਕੇ ਉਹਨਾਂ ਨੂੰ ਪੰਜਾਬ ਵਿੱਚ ਲਿਆ ਕੇ ਤੇ ਲੋਕਾਂ ਨਾਲ ਮਿਲਾਇਆ ਜਾਏ ਕਿ ਇਹਨਾਂ ਨੇ ਇਸ ਰੀਜ਼ਨ ਕਰਕੇ ਅਸੀਂ ਕ੍ਰਿਸਚੈਨਿਟੀ ਛੱਡੀ ਹੈ ਔਰ ਹੁਣ ਅਸੀਂ ਉਹਦੇ ਉੱਪਰ ਵਰਕਆਊਟ ਕੀਤਾ ਹਾਂ ਬਿਲਕੁਲ। ਉਹ ਜਿਹੜੇ ਸਿੱਖ ਬਣੇ ਹੋਏ ਕਾਫੀ ਜ਼ਿਆਦਾ ਤੁਹਾਡੇ 'ਚ ਹੈਗੇ ਆ, ਉਹ ਹੈਲਪ ਕਰੇਗਾ। ਬਹੁਤ ਅੱਛੀ ਉਹ ਦੱਸਣਗੇ ਕਿ ਦੇਖੋ ਮੈਂ ਕ੍ਰਿਸਚੈਨਿਟੀ ਛੱਡ ਕੇ ਸਿੱਖੀਜ਼ਮ ਵਿੱਚ ਕਿਉਂ ਆਇਆ ਤੇ ਤੁਹਾਨੂੰ ਉੱਤੇ ਕੀ ਕਮੀਆਂ, ਉਹ ਫਿਰ ਆਪਣੀਆਂ ਗਲਤੀਆਂ ਆਪ ਦੱਸਣਗੇ ਕਿ ਕ੍ਰਿਸਚੈਨਿਟੀ 'ਚ ਇਹ ਗਲਤੀਆਂ ਸਨ ਤੇ ਮੈਂ ਉੱਥੋਂ ਮੈਨੂੰ ਕੁਝ ਨਹੀਂ ਮਿਲਿਆ ਤੇ ਮੈਂ ਇੱਧਰ ਆਇਆ। ਸਮਝ ਅਪ ਕਰਾਂਗਾ ਪਹਿਲਾਂ ਤੁਹਾਡੇ ਕਹਿੰਦੇ ਮੇਰੇ ਤੇ ਮੈਂ ਨਾ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੇਖੇ ਪੰਜਾਬ ਵਿੱਚ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ, ਵੈਸੇ ਤਾਂ ਵਰਲਡ ਵਾਈਡ ਪ੍ਰੋਬਲਮ ਹੈ, ਨੋਟ ਸੇਇੰਗ ਦੈਟ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਹੈਗੀ ਹੈ। ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ, ਤੁਹਾਡੇ ਸਾਰੇ ਆਪਣੇ ਮੁੱਦੇ ਹੈ, ਤੁਹਾਡੇ ਆਪਣੇ ਪ੍ਰੋਜੈਕਟ ਆ, ਕਰੀ ਚੱਲੋ ਪਰ ਇਸ ਮੁੱਦੇ ਤੇ ਇਕੱਠੇ ਹੋ ਜਾਓ, ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਐਡਵਾਈਸ ਕਰੋ, ਉਹਨਾਂ ਨੂੰ ਵੀ ਨਾਲ ਰਲਾਓ ਤੇ ਤਾਂ ਕਿ ਇਹ ਮੁੱਦਾ ਜਿਹੜਾ ਨਾ ਹੱਲ ਹੋ ਸਕੇ। ਹੁਣ ਉਹੀ ਵੇਲਾ ਜਿਸ ਵੇਲੇ ਬਾਹਰੋਂ ਅਬਦਾਲੀ ਦੇ ਹਮਲੇ ਹੁੰਦੇ ਸਨ ਤੇ ਉਸ ਵੇਲੇ ਸਾਰੀਆਂ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸਨ, ਅੱਗੇ ਪਿੱਛੇ ਲੜਦੇ ਰਹਿੰਦੇ ਸਨ, ਇੱਕ ਦੂਜੇ ਨੂੰ ਮਾਰਦੇ ਸਨ, ਲੜਾਈਆਂ ਆਪਸ ਵਿੱਚ ਵੀ ਕਰਦੇ ਰਹਿੰਦੇ ਸੀ, ਇੱਕ ਦੂਜੇ ਦੀਆਂ ਜਗ੍ਹਾ ਵੀ ਲੈ ਲੈਣੀਆਂ, ਜ਼ਮੀਨਾਂ ਵੀ ਖੋਹ ਲੈਣੀਆਂ। ਪਰ ਜਿਸ ਵੇਲੇ ਸਿੱਖੀ ਤੇ ਹਮਲਾ ਹੁੰਦਾ ਸੀ ਉਹ ਸਾਰੇ ਇਕੱਠੇ ਹੋ ਜਾਂਦੇ ਸਨ ਤੇ ਦਰਬਾਰ ਉੱਥੇ ਆਪਣੇ ਅਕਾਲ ਤਖਤ ਤੇ ਬੈਠ ਕੇ ਤੇ ਫੈਸਲੇ ਲੈਂਦੇ ਸਨ ਕਿ ਅਸੀਂ ਕੀ ਕਰਨਾ। ਇਹ ਵੇਲਾ ਹੁਣ ਸਾਡਾ ਫੇਰ ਹੋ ਗਿਆ ਕਿ ਸਾਡੇ ਸਿੱਖ ਧਰਮ ਤੇ ਬੜਾ ਵੱਡਾ ਅਟੈਕ ਹੋ ਰਿਹਾ ਤੇ ਇਸ ਕਰਕੇ ਇਸ ਅਟੈਕ ਨੂੰ ਸੰਭਾਲਣ ਵਾਸਤੇ, ਇਸ ਅਟੈਕ ਨੂੰ ਪਰੇ ਕਰਨ ਵਾਸਤੇ ਸਾਨੂੰ ਹਰ ਇੱਕ ਸਿੱਖ ਨੂੰ ਰਲ ਕੇ, ਇਹ ਸਿੱਖੀ ਸਭ ਦੀ ਹੈ, ਸਿਰਫ ਸ਼੍ਰੋਮਣੀ ਕਮੇਟੀ ਦੀ, ਅਕਾਲ ਤਖਤ ਦੀ ਨਹੀਂ ਹੈ, ਤੁਹਾਡੀ ਵੀ ਹੈ ਤੇ ਮੇਰੀ ਹੈ। ਅਸੀਂ ਸਭ ਨੇ ਰਲ ਕੇ ਇਹ ਸਿੱਖੀ ਸੰਭਾਲਣੀ। ਭੈਣ ਜੀ ਥੈਂਕ ਯੂ ਸੋ ਮਚ। ਮੈਂ ਨਾ ਥੋੜਾ ਜਿਹਾ ਸਮਨ ਅਪ ਕਰਦਾ ਜੋ ਮੈਨੂੰ ਪ੍ਰੋਗਰਾਮ 'ਚੋਂ ਮੈਨੂੰ ਕੁਝ ਲਾਭ ਹੋਇਆ। ਪਹਿਲੀ ਗੱਲ ਤਾਂ ਸਾਡੇ 'ਚ ਖੂਬੀਆਂ ਬਹੁਤ ਹੈਗੀਆਂ ਨੇ, ਅਸੀਂ ਬੜੀ ਸਟਰੋਂਗ ਕੌਮ ਹੈਗੀ ਆ, ਲੋਕਾਂ ਦੀ ਮਦਦ ਕਰਨ ਵਾਲੇ ਹੈਗੇ ਆ, ਹਰ ਜਗ੍ਹਾ ਤੇ ਖੜੇ ਹੁੰਦੇ ਆ ਲੱਕ ਸ਼ੇਰ। ਸਿੱਖ ਸ਼ੇਰ ਹੁੰਦਾ, ਉਹ ਸ਼ੇਰਾਂ ਵਾਂਗੂ ਐਕਟ ਕਰਦੇ ਹੈਗੇ ਨੇ। ਬਾਕੀ ਜਿਹੜੇ ਅਸੀਂ ਰਿਲੀਜਨ ਕਿਸੇ ਨੂੰ ਖਰਾਬ ਨਹੀਂ ਕਹਿੰਦੇ, ਇਹ ਸਾਡੇ ਸਿੱਖਾਂ 'ਚ ਜਿਹੜੀਆਂ ਖੂਬੀਆਂ ਕੀ ਆ, ਪਹਿਲੇ ਦੇ ਵਿੱਚ ਖੂਬੀ ਹੈ ਅਸੀਂ ਕਿਸੇ ਰਿਲੀਜਨ ਨੂੰ ਨਿੰਦਿਆ ਨਹੀਂ ਕਰਦੇ, ਕਿਸੇ ਨਾਲ ਕੰਪੇਅਰ ਨਹੀਂ ਕਰਦੇ। ਸਾਡਾ ਆਪਣਾ ਰਿਲੀਜਨ ਹੈ, ਅਸੀਂ ਉਹਦੇ ਤੇ ਕਨਸੈਂਟਰੇਟ ਕਰਦੇ ਔਰ ਬੱਚਿਆਂ ਨੂੰ ਮਗਰ ਲਗਾਈਏ ਇਹਦੇ। ਐਵਰੀ ਰਿਲੀਜਨ, ਕੁਝ ਦੂਜੇ ਰਿਲੀਜਨ ਮੰਗ ਨਹੀਂ ਕਹਿੰਦੇ ਕਿ ਤੁਸੀਂ ਸਾਡਾ ਮੰਨੋ, ਅੱਗੇ ਵਧੋ, ਤੁਸੀਂ ਇਹ ਉਹ ਨਹੀਂ ਹੈਗਾ। ਸਾਰਿਆਂ ਦੇ ਆਪੋ ਆਪਣੇ ਓਪੀਨੀਅਨ ਹੈਗੇ ਨੇ, ਕੋਈ ਕਿਸ ਤਰ੍ਹਾਂ ਟੈਕਲ ਕਰਦਾ, ਕੋਈ ਕਿਸ ਤਰ੍ਹਾਂ। ਇੱਕ ਚੀਜ਼ ਦਾ ਮੈਂ ਸਹਿਮਤ ਹੈਗਾ ਕਿ ਗਵਰਨਮੈਂਟ ਦਾ ਲਾਅ ਬਣਨਾ ਚਾਹੀਦਾ ਉੱਥੇ। ਕਿ ਤੁਹਾਡੇ ਦੋਨਾਂ ਦਾ ਸ਼ੁਕਰਾਨਾ ਕਰਦੇ ਹਾਂ। ਮੈਂ ਰੀਅਲੀ ਉਮੀਦ ਰੱਖਦਾ ਕਿ ਤੁਸੀਂ ਪ੍ਰੋਗਰਾਮ ਲਾਈਕ ਕੀਤਾ ਹੋਵੇਗਾ, ਆਪਣਾ ਫੀਡਬੈਕ ਦਿਆ ਕਰੋ। ਇਹ ਮੁੱਦਾ ਖਤਮ ਨਹੀਂ ਹੋਇਆ, ਸ਼ੁਰੂਆਤ ਹੋਈ ਹੈ, ਅਸੀਂ ਇਹਨੂੰ ਟੈਕਲ ਕਰਨਾ। ਸਾਡੀਆਂ ਭੈਣਾਂ ਗਵਰਨਮੈਂਟ ਦੇ ਨਾਲ ਚਿੱਠੀਆਂ ਲਿਖਦੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ, ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਰੋਕ ਪਾਏਗੀ। ਜੋ ਵੈਸਟਰਨ ਕੰਟਰੀ 'ਚ ਅਸੀਂ ਬੜਾ ਅੱਛਾ ਕੰਮ ਕਰ ਰਹੇ, ਬੱਚੇ ਬੜੇ ਸਾਡੇ ਕਹਿਣੇ 'ਚ ਹੈਗੇ ਨੇ। ਪੰਜਾਬ ਦੂਰ ਬੈਠੇ ਲੇਕਿਨ ਕੁਛ ਨਾ ਕੁਛ ਕਰਨਾ ਪਏਗਾ। ਭੈਣ ਜੀ ਥੈਂਕ ਯੂ। ਫਿਰ ਕਦੇ ਮੁਲਾਕਾਤ ਹੋਗੀ ਤਾਂ ਜ਼ਰੂਰ ਬੁਲਾਵਾਂਗੇ, ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।